ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ। तो ਅੱਜ ਦੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਪਰਦੇਸ ਜਾਣ ਦੀ ਗੱਲ ਹੋਏਗੀ, ਸਾਡੇ ਸਟੂਡੈਂਟਸ ਦੀ ਗੱਲ ਹੋਏਗੀ। ਕਿਸ ਤਰ੍ਹਾਂ ਦੇ ਨਾਲ ਤੁਸੀਂ ਬਾਹਰ ਜਾ ਸਕਦੇ ਹੋ, ਕੀ ਪ੍ਰੋਸੀਜਰ ਰਹੇਗਾ, ਕੀ ਫਾਰਮੈਲਿਟੀਜ਼ ਰਹਿਣਗੀਆਂ, ਕੀ ਤੁਹਾਡਾ ਪ੍ਰੋਫਾਈਲ ਜਿਹੜਾ ਐਲੀਜੀਬਲ ਹੈਗਾ ਜੇ ਇਸ ਕੰਟਰੀ ਵਿੱਚ ਜਾਣ ਬਾਰੇ ਤੁਸੀਂ ਸੋਚ ਰਹੇ ਹੋ ਜਾਂ ਫਿਰ ਨਹੀਂ, ਜਾਂ ਕੰਟਰੀ ਚੇਂਜ ਕਰ ਲੈਣੀ ਚਾਹੀਦੀ ਹੈ ਜਾਂ ਪ੍ਰੋਫਾਈਲ ਦੇ ਵਿੱਚ ਥੋੜਾ ਬਹੁਤ ਅਪਡੇਟ ਕਰ ਲਈਏ ਤੇ ਅਸੀਂ ਉਸ ਕੰਟਰੀ ਦੇ ਵਿੱਚ ਜਾ ਸਕਦੇ ਹਾਂ। ਸੋ ਅੱਜ ਯੂਕੇ ਨੂੰ ਲੈ ਕੇ ਆਪਾਂ ਕਹਾਂਗੇ ਕਿ ਇੱਕ ਅੱਛੀ ਤਾਦਾਦ ਦੇ ਵਿੱਚ ਵੀਜ਼ੇ ਜਿਹੜੇ ਉਹ ਆ ਰਹੇ ਨੇ, ਬੱਚੇ ਵੀ ਇੰਟਰਸਟਡ ਹੈਗੇ ਨੇ, ਉਸ ਨੂੰ ਲੈ ਕੇ ਗੱਲ ਕਰਾਂਗੇ। ਇਸ ਤੋਂ ਇਲਾਵਾ ਸਿੰਗਾਪੁਰ ਦੀ ਗੱਲ ਵੀ ਹੋਏਗੀ। ਸੋ ਯੂਕੇ ਜੋ ਸਪੈਸ਼ਲਿਸਟ ਨੇ, ਜਿਨ੍ਹਾਂ ਦੇ ਮੈਂ ਵੀ ਆਪਣੇ ਕਰੀਅਰ 'ਚ ਦੇਖਿਆ ਕਿ ਯੂਕੇ ਦੇ ਸਭ ਤੋਂ ਵੱਧ ਵੀਜ਼ੇ ਉਹਨਾਂ ਦੇ ਆ ਰਹੇ ਨੇ, ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚੇ ਜੀ। ਸਮਝ ਚੁੱਕੇ ਹੋਗੇ ਤੁਸੀਂ, ਸਾਈ ਓਵਰਸੀਜ਼ ਦੇ ਆਫਿਸ ਦੇ ਵਿੱਚ ਆ ਮਿਸਟਰ ਬਲਜਿੰਦਰ ਸਹਿਗਲ। ਅੱਜ ਇੱਕ ਵਾਰ ਫਿਰ ਤੋਂ ਸਰ ਨਾਲ ਸਵਾਗਤ ਕਰ ਲੈਂਦੇ ਆ। ਹੈਲੋ ਸਰ, ਵੈਲਕਮ। ਥੈਂਕ ਯੂ ਮੈਮ। ਪ੍ਰੋਗਰਾਮ ਦੇਖ ਰਹੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਸਟੂਡੈਂਟਸ, ਸਵਾਲ ਮੈਂ ਵੀ ਪੁੱਛਾਂਗੀ, ਪਰ ਸਵਾਲ ਤੁਸੀਂ ਵੀ ਪੁੱਛਣੇ ਨੇ, ਜ਼ਰੂਰ ਪੁੱਛਣੇ ਨੇ। ਨੰਬਰ ਤੁਹਾਡੇ ਕੋਲ ਆ ਗਏ ਨੇ, ਇਹ ਜਿਹੜੇ ਨੀਚੇ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਤੇ ਕਾਲ ਕਰਨੀਆਂ ਨੇ। ਕੋਈ ਵੀ ਮਨ ਦਾ ਸਵਾਲ ਹੈਗਾ ਤੁਸੀਂ ਸਰ ਕੋਲੋਂ ਡਾਇਰੈਕਟ ਇਸ ਸ਼ੋਅ ਦੇ ਜ਼ਰੀਏ ਸੁਣ ਸਕਦੇ ਹੋ। ਅੱਛਾ ਸਰ, ਜਦੋਂ ਲਾਈਕ 1-2 ਮਹੀਨੇ ਪਹਿਲਾਂ ਸ਼ੋਅ ਕੀਤਾ ਸੀ, ਉਦੋਂ ਵੀ ਤੁਸੀਂ ਕਿਹਾ ਸੀ ਕਿ ਯੂਕੇ ਦੇ 100% ਵੀਜ਼ੇ, ਫਿਰ 1 ਮਹੀਨੇ ਪਹਿਲਾਂ ਕੀਤਾ ਸੀ, ਉਦੋਂ ਵੀ ਕਿਹਾ ਸੀ ਕਿ 100%। ਅੱਜ ਵੀ ਇਹੀ ਜਵਾਬ ਰਹੇਗਾ ਜਾਂ ਕੁਝ ਰਿਫਿਊਜ਼ਲਸ ਆਈਆਂ? ਨਹੀਂ, ਡੈਫੀਨਿਟਲੀ ਮੈਮ, ਕਿਉਂਕਿ ਦੇਖੋ ਮੈਂ ਹਮੇਸ਼ਾ ਦੱਸ ਰਿਹਾ ਆਪਣੇ ਵਿਊਅਰਸ ਨੂੰ ਕਿ ਜਦੋਂ ਵੀ ਕੋਈ ਕੰਟਰੀ 100% ਵੀਜ਼ਾ ਦੇ ਰਹੀ ਹੋਏਗੀ, ਕੰਸਲਟੈਂਟ ਉਦੋਂ ਹੀ ਕਹੇਗਾ ਕਿ ਇਹ ਮੇਰਾ ਕੋਈ ਵੀਜ਼ਾ ਰਿਫਿਊਜ਼ ਨਹੀਂ ਹੈ। ਕਿਉਂਕਿ ਦੇਖੋ ਜਦੋਂ ਅਸੀਂ ਕੋਈ ਕਹਾਂਗੇ ਕਿ ਸਾਡਾ 100% ਸਕਸੈਸ ਰੇਟ ਹੈ, ਲੇਕਿਨ ਅਗਰ ਕਿਸੇ ਕੰਪਨੀ ਦੇ 2 4 5 ਵੀਜ਼ੇ ਰਿਫਿਊਜ਼ ਹੋਏ ਹੋਣਗੇ ਤਾਂ ਅੱਜ ਕਲਾਇੰਟ ਬਹੁਤ ਜ਼ਿਆਦਾ ਸਮਾਰਟ ਹੈ, ਉਹ ਵੀਡੀਓ ਰਿਕਾਰਡ ਕਰਕੇ ਫਿਰ ਆਗੇ ਕਹੇਗਾ ਸਰ ਦੇਖੋ ਕਿ ਮੇਰੇ ਵੀਜ਼ਾ ਰਿਫਿਊਜ਼ ਹੈ, ਤੁਸੀਂ ਤਾਂ ਕਹਿ ਰਹੇ ਹੋ ਕਿ 100% ਵੀਜ਼ਾ ਹੈ। ਸੋ ਅੱਜ ਵੀ ਮੈਂ ਕਹਿ ਰਿਹਾ ਕਿ ਜੈਨ ਇੰਟੇਕ ਦਾ ਇੱਕ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੈ, ਔਰ ਉਸ ਤੋਂ ਬਾਅਦ ਸਾਡੇ ਮਈ ਇੰਟੇਕ ਦੇ ਵੀ ਬਹੁਤ ਜ਼ਿਆਦਾ ਵੀਜ਼ੇ ਆ ਗਏ, ਔਰ ਉਹਨਾਂ ਵਿੱਚ ਵੀ ਕੋਈ ਵੀ ਸਿੰਗਲ ਰਿਫਿਊਜ਼ਲ ਨਹੀਂ ਹੈ। ਓਕੇ, ਸੋ ਹੁਣ ਅਸੀਂ ਸੈਪਟੈਂਬਰ ਇਨਟੇਕ ਨੂੰ ਪ੍ਰਮੋਟ ਕਰ ਰਹੇ ਹਾਂ। ਮਈ ਇਨਟੇਕ ਅਸੀਂ ਕਲੋਜ਼ ਕਰ ਚੁੱਕੇ ਹਾਂ, ਲੇਕਿਨ ਸੈਪਟੈਂਬਰ ਇਨਟੇਕ ਵੀ ਜਿਹੜਾ ਮੈਕਸਿਮਮ ਟਾਈਮ ਹੈ ਤੁਹਾਡੇ ਕੋਲ 1 ਮੰਥ ਹੈ, ਯਾਨੀ ਕਿ ਮਈ ਦੇ ਵਿੱਚ ਅੱਜ ਤੁਸੀਂ ਅਪ੍ਰੈਲ ਚੱਲ ਰਹੇ ਹੋ, ਮਈ ਤੱਕ ਮੈਕਸਿਮਮ ਤੁਸੀਂ ਅਗਰ ਸੈਪਟੈਂਬਰ ਇਨਟੇਕ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਡੇ ਕੋਲ ਸੀਟ ਦੀ ਅਵੇਲੇਬਿਲਿਟੀ ਰਹੇਗੀ, ਤੁਸੀਂ ਯੂਨੀਵਰਸਿਟੀ 'ਚ ਅਪਲਾਈ ਕਰ ਸਕਦੇ ਹੋ। ਲੇਕਿਨ ਇਹੀ ਅਗਰ ਤੁਸੀਂ ਜੁਲਾਈ ਜਾਂ ਅਗਸਤ ਦੇ ਵਿੱਚ ਆਓਗੇ ਫਿਰ ਤੁਹਾਨੂੰ ਜੈਨ ਇਨਟੇਕ ਮਿਲੇਗਾ। ਬਿਲਕੁਲ ਸਰ। ਸੈਪਟੈਂਬਰ ਇਨਟੇਕ 'ਚ ਕਿਹੜੇ ਬੱਚੇ ਜਾ ਸਕਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ, ਪਰ ਪਹਿਲਾ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ ਸਾਡੇ ਤੱਕ, ਸੋ ਪਲੀਜ਼ ਦੁਬਾਰਾ ਕਾਲ ਬੈਕ ਕਰ ਸਕਦੇ ਹੋ। ਸੋ ਸਰ, ਸਤੰਬਰ ਇਨਟੇਕ ਸਮਾਂ ਬਹੁਤ ਘੱਟ, ਪਰ ਕਿਹੜੇ ਬੱਚੇ ਜਾ ਸਕਦੇ ਨੇ? ਜੀ, ਜਿਹੜੇ ਬੱਚੇ ਦੇਖੋ 10+2 ਵਿਦਾਊਟ ਆਇਲਸ, ਵਿਦ ਆਇਲਸ, ਕਿਉਂਕਿ ਮੈਂ ਬਹੁਤ ਸਾਰੇ ਦੇਖ ਰਿਹਾ ਕਿ ਪ੍ਰੋਗਰਾਮ ਆ ਰਹੇ ਨੇ, ਬਾਕੀ ਵੱਖਰੇ ਕੰਸਲਟੈਂਟਸ ਹੈ, ਤਾਂ ਮੈਕਸਿਮਮ ਅੱਜ ਪੰਜਾਬ ਦੇ ਕੰਸਲਟੈਂਟਸ ਔਰ ਹਰਿਆਣਾ ਚੰਡੀਗੜ੍ਹ ਦੇ ਕੰਸਲਟੈਂਟਸ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਕਿ ਵਿਦ ਆਇਲਸ ਹੀ ਯੂਕੇ ਦੇ ਵੀਜ਼ਾ ਆ ਰਹੇ ਨੇ, ਵਿਦਾਊਟ ਆਇਲਸ ਨਹੀਂ ਆ ਰਹੇ। ਲੇਕਿਨ ਇਹ ਗੱਲ ਠੀਕ ਨਹੀਂ ਹੈ। ਐਕਚੁਅਲੀ 'ਚ ਪ੍ਰੋਬਲਮ ਕੀ ਹੈ ਕਿ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਜਿਹੜੇ ਕਿ ਪੰਜਾਬ ਦੇ ਬੱਚਿਆਂ ਨੂੰ ਵਿਦਾਊਟ ਆਇਲਸ ਅਸੈਪਟ ਨਹੀਂ ਕਰ ਰਹੇ, ਲੇਕਿਨ ਸਾਡੇ ਕੋਲ ਅੱਜ ਵੀ ਟਿਲ 2 ਤੋਂ 3 ਯੂਨੀਵਰਸਿਟੀਜ਼ ਦੀ ਆਪਸ਼ਨ ਹੈ ਜਿਹੜੇ ਬੱਚੇ ਵਿਦਾਊਟ ਆਇਲਸ 65% ਮਾਰਕਸ ਨੇ, ਜਿਹੜੇ ਬੱਚਿਆਂ ਦੇ ਇੰਗਲਿਸ਼ ਦੇ ਵਿੱਚ ਓਵਰਆਲ ਤੁਹਾਡੇ 60 ਜਾਂ 65% ਮਾਰਕਸ ਨੇ, ਓਵਰਆਲ ਇੰਗਲਿਸ਼ 65 ਹੈ, ਤੁਸੀਂ ਵਿਦਾਊਟ ਆਇਲਸ ਅਪਲਾਈ ਕਰ ਸਕਦੇ ਹੋ। ਤੁਹਾਡਾ ਗੈਪ ਜਿਹੜਾ ਕਿ 2 ਤੋਂ 3 ਸਾਲ ਦਾ ਹੈ, ਅਗਰ +2 ਹੀ ਤੁਹਾਡਾ ਗੈਪ 4 to 5 ਇਅਰਸ ਹੈ, ਤੁਹਾਡੇ 6 ਬੈਂਡ ਹੈ, ਤਦ ਵੀ ਸਾਈ ਓਵਰਸੀਜ਼ ਤੁਹਾਨੂੰ +2 ਦੇ ਵਿੱਚ ਹੀ, ਮੈਂ ਗ੍ਰੈਜੂਏਸ਼ਨ ਦੀ ਗੱਲ ਨਹੀਂ ਕਰ ਰਿਹਾ, +2 ਵਾਲੇ ਬੱਚਿਆਂ ਦਾ ਅਗਰ 4 to 5 ਇਅਰਸ ਦਾ ਗੈਪ ਹੈ ਲੇਕਿਨ ਤੁਹਾਡੇ ਕੋਲ ਆਇਲਸ ਹੈ ਤਾਂ ਡੈਫੀਨਿਟਲੀ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦਾਂਗੇ। ਸੋ ਉਹਦੇ ਵਿੱਚ ਵੀ ਅਗਰ ਤੁਹਾਨੂੰ ਡਾਊਟ ਹੈ ਕਿ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਕਿ ਮੇਰਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ, ਗੈਪ ਦੀ ਕੀ ਪ੍ਰੋਬਲਮ ਆਏਗੀ ਜਾਂ ਗੈਪ ਹੋਣ ਕਰਕੇ ਮੇਰੀ ਰਿਫਿਊਜ਼ਲ ਆ ਸਕਦੀ ਹੈ, ਤਾਂ ਉਹਦੇ ਵਿੱਚ ਵੀ ਤੁਹਾਨੂੰ ਮੈਂ ਫੈਸਿਲਿਟੀ ਦੇ ਰਿਹਾ ਕਿ ਤੁਸੀਂ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ ਹੈ। ਜੀ ਸਰ, ਕਾਲਰ ਰਹਿਣੇ ਆ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮੈਮ, ਪ੍ਰੀਤ ਕੌਰ ਗੱਲ ਕਰ ਰਹੀ ਮੈਂ ਗੁਰਦਾਸਪੁਰ ਤੋਂ। ਦੱਸੋ ਪ੍ਰੀਤ, ਕੀ ਸਵਾਲ ਹੈ? ਐਕਚੁਅਲੀ ਮੈਂ ਇਹ ਕਨਫਰਮ ਕਰਨਾ ਸੀ ਕਿ ਮੇਰੀ ਕੈਨੇਡਾ ਦੀ ਰਿਫਿਊਜ਼ਲ ਲੱਗੀ ਹੈ, ਮੈਂ ਰੀਅਪਲਾਈ ਕਰ ਸਕਦੀ ਹਾਂ ਕੈਨੇਡਾ ਜੀ? ਕਿਉਂ ਰਿਫਿਊਜ਼ਲ ਆਈ ਸੀਗੀ ਕੈਨੇਡਾ ਦੀ, ਕਦੋਂ ਆਈ ਸੀ, ਕੀ ਪ੍ਰੋਫਾਈਲ ਹੈ ਤੁਹਾਡਾ? ਤੁਹਾਡਾ ਆਇਲ ਸਕੋਰ ਕੀ ਹੈ ਮੈਮ? ਆਇਲ ਸਕੋਰ ਮੇਰਾ ਹੈਗਾ ਸਰ 2 ਮੋਡਲ ਚੋਂ 5.5 ਹੈ, ਇੱਕ ਚੋਂ 6 ਹੈ ਔਰ 4th ਚੋਂ ਹੈਗਾ 6.5। ਦੇਖੋ ਇਹੀ ਪ੍ਰੋਬਲਮ ਹੈ, ਮੈਂ ਕਲੀਅਰ ਕਰ ਰਿਹਾ। ਕੈਨੇਡਾ ਦੀ ਰਿਫਿਊਜ਼ਲਸ ਬਹੁਤ ਮਾਰਕੀਟ ਵਿੱਚ ਬਹੁਤ ਰਿਫਿਊਜ਼ਲਸ ਆਈ ਹੈ, ਆਸਟ੍ਰੇਲੀਆ ਦੀ ਬਹੁਤ ਰਿਫਿਊਜ਼ਲਸ ਆਈ ਹੈ। ਰੀਜ਼ਨ ਬਿਹਾਈਂਡ ਕੀ ਹੈ ਕਿ ਬਹੁਤ ਸਾਰੇ ਕੰਸਲਟੈਂਟਸ ਵੱਖਰੇ ਐਕਸਕਿਊਜ਼ ਦੇ ਰਿਹਾ। ਕੋਈ ਕਹਿ ਰਿਹਾ ਕਿ ਤੁਸੀਂ SOP ਅੱਛੀ ਤਰ੍ਹਾਂ ਰੈਡੀ ਨਹੀਂ ਕੀਤੀ, ਦੈਨ ਤਾਂ ਤੁਹਾਡਾ ਰਿਫਿਊਜ਼ ਆ ਗਿਆ। ਕੋਈ ਕਹਿ ਰਿਹਾ ਕਿ ਤੁਹਾਡੇ 2 ਮੋਡਿਊਲ ਵਿੱਚ 5.5 ਬੈਂਡ ਸੀ, ਲੇਕਿਨ ਇਹੀ ਸਿਨੈਰੀਓ ਸੀ ਜਦੋਂ ਵੀਜ਼ਾ ਵੀ ਲੱਗ ਰਹੇ ਸੀ। ਸੋ ਰੀਜ਼ਨ ਬਿਹਾਈਂਡ ਕੀ ਹੈ ਕਿ ਅੱਜ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੱਚਾ ਚਲਾ ਗਿਆ। ਆਸਟ੍ਰੇਲੀਆ ਦੇ
ਵੀਜ਼ਾ ਕਿਉਂ ਰਿਫਿਊਜ਼ ਹੋ ਰਹੇ ਨੇ, ਕਿਉਂਕਿ ਮੈਂ ਆਪਾਂ ਆਫ ਦਾ ਰਿਕਾਰਡ ਕਾਫੀ ਵਾਰੀ ਗੱਲ ਕਰਦੇ ਹਾਂ, ਜਦੋਂ ਵੀ ਮੈਮ ਸ਼ੂਟ ਤੇ ਆਉਂਦੇ ਆ ਤਾਂ ਹਮੇਸ਼ਾ ਡਿਸਕਸ਼ਨ ਹੁੰਦੀ ਹੈ ਕਿ ਆਸਟ੍ਰੇਲੀਆ ਦਾ ਸਰ ਕੀ ਸਕਸੈਸ ਰੇਟ ਚੱਲ ਰਿਹਾ। ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਮੈਮ ਨੂੰ ਕਿ ਹਰਿਆਣਾ ਵਾਲੇ ਸਾਈਡ ਦੇ ਕੁਝ ਕੰਸਲਟੈਂਟਸ ਨੇ ਬਹੁਤ ਜ਼ਿਆਦਾ ਫੇਕ ਆਇਲਸ PET ਔਰ ਬੱਚਿਆਂ ਦੇ ਫੰਡਸ ਤੱਕ ਫੇਕ ਲਗਾਏ। ਲੇਕਿਨ ਸਟਾਰਟਿੰਗ ਦੇ ਵਿੱਚ ਹਮੇਸ਼ਾ ਜਦੋਂ ਮੈਂ ਕਹਿੰਦਾ ਕਿ ਕੁੱਕ ਕੰਟਰੀ ਸਟਾਰਟ ਹੁੰਦੀ ਹੈ ਤਾਂ ਵੀਜ਼ਾ ਆਫਿਸਰ ਬੜੇ ਰਿਲੈਕਸ ਹੋ ਕੇ ਵੀਜ਼ਾ ਅਪਰੂਵ ਕਰਦੇ ਨੇ, ਲੇਕਿਨ ਜਦੋਂ ਉਹਨੇ ਦੇਖਿਆ ਕਿ ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ, ਜਦੋਂ ਉਹਨੇ ਬਰੀਫ ਵਿੱਚ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਬੱਚਿਆਂ ਦੇ ਆਇਲ ਸਕੋਰ ਤੱਕ ਵੀ ਫੇਕ ਜਾਲੀ ਲਗਾ ਕੇ ਕੰਸਲਟੈਂਟ ਵੱਲੋਂ ਦਿੱਤੇ ਜਾ ਰਹੇ ਨੇ। ਸੋ ਜਿਹੜੇ ਬੱਚਿਆਂ ਦੇ ਵੀਜ਼ਾ ਅਪਰੂਵ ਹੀ ਹੋਏ ਸੀ ਉਹ ਵੀ ਉਹਨਾਂ ਨੇ ਰੀਚੈਕ ਕਰਕੇ ਬੱਚੇ ਉੱਥੇ ਡਿਪੋਰਟ ਕੀਤੇ। ਸੋ ਉਹੀ ਰੀਜ਼ਨ ਹੈ ਕਿ ਅੱਜ ਹਰਿਆਣੇ ਦੀ ਗਲਤੀ ਕਰਕੇ ਪੰਜਾਬ ਦੇ ਕੇਸਿਸ ਵੀ ਰਿਫਿਊਜ਼ ਹੋ ਰਹੇ ਨੇ। ਸੋ ਮੈਂ ਇੱਕ ਤਾਂ ਮੈਸੇਜ ਵੀ ਦੇਣਾ ਚਾਹਾਂਗਾ ਕਿ ਆਪਣੇ ਸਾਰੇ ਕੰਸਲਟੈਂਟਸ ਆਪਣੇ ਬ੍ਰਦਰ ਨੂੰ ਵੀ ਕਿ ਆਪਾਂ ਜੈਨੂਇਨ ਵੇ ਦੇ ਨਾਲ ਕੰਮ ਕਰੀਏ। ਅਗਰ ਅਸੀਂ ਜੈਨੂਇਨ ਵੇ ਦੇ ਨਾਲ ਕਰਾਂਗੇ ਤਾਂ ਆਸਟ੍ਰੇਲੀਆ, ਕੈਨੇਡਾ, UK, ਨਿਊਜ਼ੀਲੈਂਡ ਹਰ ਕੰਟਰੀ ਵੀਜ਼ਾ ਦਿੰਦੀ ਰਹੇਗੀ। ਲੇਕਿਨ ਅਸੀਂ ਇਹ ਕੋਸ਼ਿਸ਼ ਨਾ ਕਰੀਏ ਕਿ ਅਸੀਂ ਥੋੜੇ ਟਾਈਮ ਦੇ ਵਿੱਚ ਕੋਈ ਫੇਕ ਡਾਕੂਮੈਂਟ ਲਗਾ ਕੇ ਬਹੁਤ ਜਲਦੀ ਵੀਜ਼ਾ ਅਪਰੂਵ ਕਰਵਾ ਲਈਏ। ਲੇਕਿਨ ਦੇਖੋ ਉਹੀ ਇਹ ਕੰਸਲਟੈਂਟਸ ਵਾਸਤੇ ਲੈਸਨ ਵੀ ਹੈ ਕਿ ਜਿਨ੍ਹਾਂ ਨੇ ਇਹ ਕੰਮ ਕਰਕੇ ਬੱਚਿਆਂ ਦੇ ਜ਼ਰੂਰ ਮੈਂ ਕਹਾਂਗਾ, ਚਾਹੇ ਤੁਸੀਂ ਵੀਜ਼ਾ ਲਗਵਾ ਕੇ ਦਿੱਤਾ, ਚਾਹੇ ਤੁਸੀਂ ਉਹਨਾਂ ਦੀ ਲਾਈਫ ਬਣਾਈ, ਚਾਹੇ ਤੁਸੀਂ ਪੈਸਾ ਅਰਨ ਕੀਤਾ, ਲੇਕਿਨ ਅੱਜ ਉਹ ਬੱਚੇ ਟਿਲ ਜਦੋਂ ਵਾਪਸ ਆਏ ਤੇ ਮੈਨੂੰ ਪਤਾ ਹੈ ਕਿ ਅੱਜ ਦੀ ਡੇਟ ਵਿੱਚ ਕੋਈ ਬੱਚਾ ਐਸਾ ਨਹੀਂ ਹੈ ਮੈਡਮ ਕਿ ਜਿਹੜਾ ਉੱਥੋਂ ਵਾਪਸ ਆਏਗਾ ਤੇ ਕੰਸਲਟੈਂਟ ਤੋਂ ਆ ਕੇ ਮੇਰੇ ਆਪਣੇ ਪੈਸੇ ਦੀ ਡਿਮਾਂਡ ਨਾ ਕਰੇਗਾ। ਡੈਫੀਨੇਟਲੀ ਕਰੇਗਾ, ਲੇਕਿਨ ਉੱਥੋਂ ਯੂਨੀਵਰਸਿਟੀ ਤੋਂ ਅੰਬੈਸੀ ਫੀਸ, ਯੂਨੀਵਰਸਿਟੀ ਦੀ ਫੀਸ, ਕੋਈ ਪੈਸਾ ਵਾਪਸ ਨਹੀਂ ਆਏਗਾ। ਤਾਂ ਉਹਦਾ ਕਿਤੇ ਨਾ ਕਿਤੇ ਹਰਜਾਨਾ ਬੱਚੇ ਨੂੰ ਔਰ ਕੰਸਲਟੈਂਟ ਨੂੰ ਭੁਗਤਣਾ ਹੀ ਪਏਗਾ। ਸੋ ਦੈਟਸ ਵਾਈ ਕਿ ਆਪਾਂ ਜੈਨੂਇਨ ਵੇ ਦੇ ਨਾਲ ਕੰਮ ਕਰੀਏ। ਬਹੁਤ ਅੱਛੀ ਇੰਡਸਟਰੀ ਹੈ, ਬਹੁਤ ਟਾਈਮ ਤੋਂ ਵੀਜ਼ੇ ਆ ਰਹੇ ਨੇ। ਪਿਛਲੇ ਅਗਰ ਮੈਂ ਗੱਲ ਕਰਾਂ 2006-07 ਤੋਂ ਜਦੋਂ ਸਾਡੀ ਕੰਪਨੀ ਸਟਾਰਟ ਹੋਈ ਹੈ ਟਿਲ ਅੱਜ ਤੱਕ ਮੈਂ ਦੇਖ ਰਿਹਾ ਕਦੀ ਕੋਈ ਕੰਟਰੀ ਸਟਿਕਡ ਹੁੰਦੀ ਹੈ ਤੇ ਕਦੀ ਕੋਈ ਕੰਟਰੀ ਲੀਨੀਅਟ ਹੁੰਦੀ ਹੈ। ਤਾਂ ਬਿਜ਼ਨਸ ਹਮੇਸ਼ਾ ਬਹੁਤ ਅੱਛਾ ਚੱਲਦਾ ਅਗਰ ਤੁਸੀਂ ਪ੍ਰੋਪਰ ਵੇ ਦੇ ਨਾਲ ਕਰਦੇ ਹੋ। ਸੋ ਅੱਜ ਅਗਰ ਮੈਂ UK ਦੀ ਗੱਲ ਕਰ ਰਿਹਾ, ਆਸਟ੍ਰੇਲੀਆ ਨੂੰ ਤਾਂ ਅਸੀਂ ਸਟਿਕਡ ਆਲਰੇਡੀ ਕਰ ਹੀ ਚੁੱਕੇ ਹਾਂ ਕਿ ਫੇਕ ਡਾਕੂਮੈਂਟ ਲਗਾ ਕੇ। ਤਾਂ ਮੈਂ ਕਹਾਂਗਾ ਜ਼ਰੂਰ UK ਜਿੱਦਾਂ ਬਹੁਤ ਸਮੂਥ ਚੱਲ ਰਿਹਾ ਤੇ ਇਹਨੂੰ ਇਸ ਤਰ੍ਹਾਂ ਹੀ ਅਸੀਂ ਸਮੂਥ ਚਲਾਈਏ, ਜੈਨੂਇਨ ਵੇ ਦੇ ਨਾਲ ਫਾਈਲ ਲਗਾਈਏ। ਕੋਈ ਬੱਚੇ ਦੇ ਆਇਲਸ ਦੇ 65% ਸੌਰੀ ਬੱਚੇ ਦੇ ਇੰਗਲਿਸ਼ ਦੇ ਵਿੱਚ ਅਗਰ 65% ਮਾਰਕਸ ਨਹੀਂ ਹੈ ਤਾਂ ਉਹਨੂੰ ਕੋਈ ਚੇਂਜ ਕਰਕੇ ਅਸੀਂ ਕੁਝ ਗਲਤ ਨਾ ਕਰੀਏ। ਬੱਚੇ ਨੂੰ ਇਹੀ ਗਾਈਡ ਕਰੀਏ ਕਿ ਅਗਰ ਤੇਰੇ 40, 50, 60% ਮਾਰਕਸ ਹੈ ਤੂੰ UK ਜਾ ਸਕਦਾ ਹੈ, ਲੇਕਿਨ ਤੂੰ ਆਇਲਸ ਕਰ, PET ਕਰ। ਅਗਰ 2 ਮੰਥ ਬੱਚਾ ਲਗਾਏਗਾ, ਆਇਲਸ ਲਏਗਾ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਡਰ ਨਹੀਂ ਹੋਏਗਾ ਕਿ ਕਿਤੇ ਫਾਈਲ ਸਾਡੀ ਪਕੜੀ ਨਾ ਜਾਵੇ, ਕੋਈ ਪ੍ਰੋਬਲਮ ਆ ਜਾਏ। ਕਿਉਂਕਿ ਜਿਹੜੀ ਕੰਟਰੀਜ਼ ਨੇ, ਅਗਰ ਮੈਂ UK ਦੀ ਗੱਲ ਕਰਾਂ, ਕੈਨੇਡਾ ਦੀ ਗੱਲ ਕਰਾਂ, ਤਾਂ ਸਿੱਧੀ ਏਜੰਟ ਦੇ ਖਿਲਾਫ ਅਗਰ ਤੁਸੀਂ ਕੋਈ ਫੇਕ ਡਾਕੂਮੈਂਟ ਲਗਾਉਂਦੇ ਹੋ ਤਾਂ ਸਿੱਧੀ FIR ਕਰਵਾਉਂਦੀ ਹੈ। ਸੋ ਜੈਨੂਇਨ ਵੇ ਦੇ ਨਾਲ ਕੰਮ ਕਰੋ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਏ। ਬਿਲਕੁਲ ਜੀ। ਇੱਕ 50,000 ਲੱਖ 25,000 ਦੇ ਲਾਲਚ ਪਿੱਛੇ ਜਿਹੜੇ ਬੱਚੇ ਦੀ ਪ੍ਰੋਫਾਈਲ ਲਗਾਈ ਉਹ ਤਾਂ ਖਰਾਬ ਹੁੰਦਾ, ਪਰ ਉਸ ਦੇ ਪਿੱਛੇ ਹੁਣ ਆਸਟ੍ਰੇਲੀਆ ਬਹੁਤ ਬੱਚਿਆਂ ਨੇ ਜਾਣਾ ਸੀ, ਕੋਈ ਅਪਲਾਈ ਨਹੀਂ ਕਰ ਰਿਹਾ ਡਰ ਦੇ ਮਾਰੇ। ਸੋ ਬਾਕੀ ਬੱਚੇ ਜਿਹੜੇ ਤੁਹਾਡੇ ਨਾਲ ਮੈਡਮ ਕੀ ਹੋਇਆ ਕਿ ਜੈਨੂਇਨ ਫਾਈਲਸ ਵੀ ਜਿਹੜੇ ਬੱਚਿਆਂ ਦੇ ਜੈਨੂਇਨ ਫੰਡ ਸੀ, ਜੈਨੂਇਨ ਆਇਲਸ, ਸਾਰਾ ਕੁਝ ਜੈਨੂਇਨ ਬੱਚੇ ਦੇ ਡਾਕੂਮੈਂਟ ਸੀ, ਉਹ ਵੀ ਬੱਚਿਆਂ ਦੇ ਰਿਫਿਊਜ਼ਲਸ ਆਈਆਂ। ਕਿਉਂਕਿ ਐਮਬੈਸੀ ਬੇਸ ਉਸ ਨਜ਼ਰੀਏ ਨਾਲ ਦੇਖਦੀ ਹੈ ਕਿ ਅਗਰ ਹਰਿਆਣਾ ਪੰਜਾਬ ਦੇ ਬੱਚੇ ਆ, ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਡਰ ਜਾਂਦੀਆਂ ਪੰਜਾਬ ਹਰਿਆਣਾ ਤੋਂ। ਇਹੀ ਰੀਜ਼ਨ ਹੈ ਕਿ ਆਸਟ੍ਰੇਲੀਆ ਦੇ ਵੀ ਅੱਜ ਕਈ ਯੂਨੀਵਰਸਿਟੀਜ਼ ਨੇ ਪੰਜਾਬ ਹਰਿਆਣਾ ਨੂੰ ਬਲੈਕਲਿਸਟ ਕਰਤਾ, ਨਹੀਂ ਐਕਸੈਪਟ ਕਰ ਰਹੀਆਂ। ਟਿਲ UK ਦੀ ਵੀ ਕਾਫੀ ਜ਼ਿਆਦਾ ਯੂਨੀਵਰਸਿਟੀਜ਼ ਨੇ ਜਿਹੜੇ ਕਿ ਪੰਜਾਬ ਦੇ ਬੱਚਿਆਂ ਨੂੰ ਐਕਸੈਪਟ ਨਹੀਂ ਕਰ ਰਹੇ। ਜੀ ਸਰ, ਕਾਲਰ ਲੈਣੇ ਆਪਾਂ ਫਿਲਹਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਜਸਪ੍ਰੀਤ ਗੱਲ ਕਰ ਰਿਹਾ ਮੋਹਾਲੀ ਤੋਂ। ਹਾਂਜੀ ਦੱਸੋ ਜਸਪ੍ਰੀਤ, ਕੀ ਸਵਾਲ ਹੈ? ਹਾਂਜੀ ਮੈਮ, ਐਕਚੁਅਲੀ ਨਾ ਮੇਰੇ ਆਇਲਸ ਤੋਂ 5 ਬੈਂਡ ਹੈਗੇ ਨੇ ਤੇ ਮੈਂ ਕਿਸੇ ਕੰਸਲਟੈਂਟ ਤੋਂ ਪਤਾ ਕੀਤਾ ਸੀ ਤੇ ਉਹ ਕਹਿੰਦੇ ਤੁਹਾਡੇ 5 ਬੈਂਡ ਤੋਂ ਹੋਣਾ ਨਹੀਂ ਹੈਗਾ ਕੈਨੇਡਾ ਦਾ, ਤੇ ਕਹਿੰਦੇ ਦੁਬਾਰਾ ਕਰੋ। ਮੈਂ ਵੀ 2-3 ਵਾਰੀ ਕਰ ਚੁੱਕਾ ਪਰ ਮੇਰੇ 5 ਬੈਂਡ ਤੋਂ ਅੱਗੇ ਵੱਧ ਲਈ। ਤੇ ਮੈਨੂੰ ਸੁਜੈਸਟ ਕਰੋ ਕਿ ਕਿਹੜੀ ਕੰਟਰੀ ਦਾ ਮੇਰਾ ਹੋ ਸਕਦਾ। ਤੁਸੀਂ 5 ਬੈਂਡ ਤੇ ਕੈਨੇਡਾ ਦੀ ਅਪਲਾਈ ਲਗਾਉਣਾ ਚਾਹ ਰਹੇ ਹੋ? ਹਾਂਜੀ ਸਰ। ਅੱਛਾ, ਤੇ ਹੁਣ ਤੁਸੀਂ ਕੀ ਚਾਹ ਰਹੇ ਹੋ ਕਿ ਤੁਹਾਡੇ ਵਿਦਆਊਟ ਆਇਲਸ ਜਾਂ 5 ਬੈਂਡ ਦੇ ਨਾਲ ਕਿਸੇ ਕੰਟਰੀ ਜਾਣਾ ਚਾਹ ਰਹੇ ਹੋ? ਹਾਂਜੀ ਹਾਂਜੀ। देखो सर, बेस्ट एडवाइस यही है कि तुसी आइल्स अपनी इंप्रूव करो। ठीक है, मैं समझ रहा तुसी बार-बार कर ली नहीं, 2, 3, 4 टाइम तुसी अपने एफर्ट्स कर चुके हो। किते ना किते कमी बच्चे दे एफर्ट्स विच है। रीजन बिहाइंड मैम कि मैं भी अगर मैं अपनी एग्जांपल भी दवां, मैं किसी दिन ही मैं अपनी एग्जांपल दे रहा किसी टाइम फ्री बैठे इंस्टाग्राम अगर ऑन कर लो ना मैडम, पता नहीं चलता आधा घंटा 1 घंटा कित्थे चला गया। सो यही प्रॉब्लम है, और कोई प्रॉब्लम नहीं है। अगर तुसी सीरियस होकर अपने आइल्स नूं करोगे ना, फोकस करोगे 2-3 मंथ वास्ते ना अपना मोबाइल साइड ਤੇ ਰੱਖ ਦਿਓ, ਨਾ ਨੂੰ ਯੂਜ਼ ਕਰੋ। ਉਹੀ ਟਾਈਮ ਜਿਹੜਾ ਤੁਹਾਡੇ ਕੋਲ ਹੋਏਗਾ ਨਾ, ਤੁਸੀਂ ਕਹੋਗੇ ਯਾਰ ਮੈਂ ਕਿੱਦਾਂ ਟਾਈਮ ਪਾਸ ਕਰਾਂ, ਮੈਂ ਬੋਰ ਹੋ ਰਿਹਾ, ਫਿਰ ਤੁਸੀਂ ਯੂਟਿਲਾਈਜ਼ ਕਰੋਗੇ ਆਪਣੇ ਉਸ ਚੀਜ਼ ਦੇ ਜਿਸ ਚੀਜ਼ ਨਾਲ ਤੁਹਾਨੂੰ ਕੋਈ
ਬੈਨੀਫਿਟ ਹੋਏਗਾ, ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਨ ਤੇ ਉਹ ਟਾਈਮ ਲਗਾਓਗੇ। ਸਭ ਤੋਂ ਜ਼ਿਆਦਾ ਮੈਂ ਕਹਾਂਗਾ ਜਿਹੜੀ ਅੱਜ ਦੀ ਡੇਟ ਵਿੱਚ ਛੋਟੇ ਬੱਚੇ ਤੋਂ ਲੈ ਕੇ ਕਿ ਅਸੀਂ ਕੀ ਕਰਦੇ ਹਾਂ ਕਿ ਇੱਕ ਮਦਰ ਜਾਂ ਇੱਕ ਪੇਰੈਂਟਸ ਕੀ ਕਰਦੇ ਨੇ, ਬੱਚਾ ਰੋ ਰਿਹਾ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਮੋਬਾਈਲ ਪਕੜਾ ਦਿੰਦੇ ਆ। ਸੋ ਟਿਲ ਛੋਟੀ ਏਜ ਤੋਂ ਹੀ ਅਸੀਂ ਬੱਚੇ ਨੂੰ ਉਹਦਾ ਹੈਬਚੁਅਲ ਬਣਾ ਰਹੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਦਾ ਨੁਕਸਾਨ ਜਦੋਂ ਵੱਡਾ ਹੋਏਗਾ ਤਾਂ ਡੈਫੀਨਿਟਲੀ ਹੋਏਗਾ। ਸੋ ਮੈਂ ਕਹਾਂਗਾ ਚਲੋ ਇਸ ਚੀਜ਼ ਆਪਾਂ ਕੀ ਟੌਪਿਕ ਤੇ ਗੱਲ ਕਰਨਾ, ਲੇਕਿਨ ਮੈਂ ਐਟਲੀਸਟ ਇੰਨਾ ਜ਼ਰੂਰ ਚਾਹਾਂਗਾ, ਮੈਂ ਹਮੇਸ਼ਾ ਆਪਣੇ ਸ਼ੋਅ 'ਚ ਐਡਵਾਈਸ ਕਰਦਾ ਉਹਨਾਂ ਬੱਚਿਆਂ ਨੂੰ ਕਿ ਜਦੋਂ ਤੁਹਾਡੇ 12th ਦੇ ਐਗਜ਼ਾਮ ਆਉਂਦੇ ਆ, ਮਾਰਚ ਤੁਹਾਡੇ ਐਗਜ਼ਾਮ ਹੈ, ਤੁਸੀਂ ਜੈਨ ਤੋਂ 1 ਜੈਨ ਤੋਂ ਆਪਣਾ ਮੋਬਾਈਲ ਬੰਦ ਕਰਕੇ ਸਾਈਡ ਤੇ ਰੱਖ ਦਿਓ 3 ਮੰਥ ਵਾਸਤੇ, ਕੁਝ ਨਹੀਂ ਹੋਏਗਾ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਉਹ 3 ਮੰਥ ਅਗਰ ਤੁਸੀਂ ਆਪਣੇ ਪ੍ਰੋਪਰ ਆਪਣੇ ਸਟੱਡੀ ਨੂੰ ਲਗਾਓਗੇ, ਉਹੀ 3 ਮੰਥ ਤੁਹਾਡੇ ਤੇ ਡਿਪੈਂਡ ਕਰਦੇ ਆ ਤੁਹਾਡੀ ਲਾਈਫ ਬਣਾਉਣ ਤੇ ਤੁਹਾਡੀ ਲਾਈਫ ਬਰਬਾਦ ਕਰਨ ਦੇ। ਸਟੇਟ ਫਾਰਵਰਡ ਮੈਂ ਤੁਹਾਨੂੰ ਇਹ ਵਰਡਸ ਕਹਿ ਰਿਹਾ ਬਿਕੋਜ਼ ਆਫ ਕਿ ਅਗਰ ਤੁਸੀਂ ਉਹ 3 ਮੰਥ ਆਪਣੇ ਅੱਛੇ ਪਰਸੈਂਟੇਜ ਦੇ ਨਾਲ ਆਪਣੇ 10+2 ਪਾਸ ਆਊਟ ਕਰਦੇ ਹੋ, ਤੁਹਾਡੇ ਕੋਲ ਆਪਸ਼ਨ ਹੋਏਗੀ ਆਸਟ੍ਰੇਲੀਆ ਦੀ, US ਦੀ, ਕੈਨੇਡਾ ਦੀ, UK ਦੀ। ਤੇ ਇਹੀ ਅਗਰ ਤੁਹਾਡੀ ਪਰਸੈਂਟੇਜ 60% ਤੋਂ ਬਲੋ ਰਹਿ ਗਈ ਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਸਾਈਪਰਸ ਦੀ, ਸਿੰਗਾਪੁਰ ਦੀ, ਯੂਕਰੇਨ ਦੀ, ਰਸ਼ੀਆ ਦੀ, ਇਸ ਕੰਟਰੀਜ਼ ਦੀ। ਫਿਰ ਤੁਸੀਂ ਚਾਹੋਗੇ ਕਿ ਪਹਿਲੇ ਇੱਥੇ ਜਾ ਕੇ ਅਸੀਂ ਸਾਲ 2 ਸਾਲ ਲਗਾ ਕੇ ਫਿਰ ਦੂਸਰੀ ਵੱਡੀ ਕੰਟਰੀ ਮੂਵ ਹੋਈਏ, ਲੇਕਿਨ ਉਹ ਬੈਟਰ ਇਹ ਹੈ, ਮੈਂ ਹਰ ਇੱਕ ਨੂੰ ਐਡਵਾਈਸ ਕਰਨਾ ਚਾਹਾਂਗਾ, ਬੈਟਰ ਇਹ ਹੈ ਕਿ ਤੁਸੀਂ ਉਹ 3 ਮੰਥ ਨੂੰ ਆਪਣੇ ਮੋਬਾਈਲ ਤੋਂ ਸਾਈਡ ਰੱਖ ਕੇ ਆਪਣੀ ਸਟੱਡੀ ਨੂੰ ਫੋਕਸ ਕਰੋ। ਇਸ ਬੱਚੇ ਨੂੰ ਵੀ ਐਡਵਾਈਸ ਕਰਾਂਗਾ, ਡੈਫੀਨਿਟਲੀ ਤੂੰ 6 ਬੈਂਡ ਅਚੀਵ ਕਰ ਪਾਏਗਾ ਅਗਰ ਤੂੰ ਇਸ ਪ੍ਰੋਬਲਮ ਤੋਂ ਨਿਕਲ ਕੇ ਪ੍ਰੋਪਰ ਫੋਕਸ ਕਰੇਗਾ ਔਰ ਆਪਣਾ ਇੱਕ ਏਮ ਲੈ ਕੇ ਚਲੇਗਾ ਕਿ ਮੈਂ ਆਇਲਸ ਦੇ ਵਿੱਚ 6 ਬੈਂਡ ਅਚੀਵ ਕਰਨੇ ਆ ਤਾਂ ਹੀ ਮੇਰੀ ਲਾਈਫ ਬਣੇਗੀ। ਅਦਰਵਾਈਜ਼ ਦੇਖੋ, ਮੈਂ ਆਪਣੇ ਏਜ ਦੇ ਅਕੋਰਡਿੰਗ ਤੁਹਾਨੂੰ ਐਕਸਪੀਰੀਅੰਸ ਦੇ ਸਕਦਾ, ਹਰ ਬੰਦਾ ਦੱਸ ਸਕਦਾ ਕਿ ਦੇਖੋ ਭਾਈ ਮਸਕੀਨ ਸਿੰਘ ਕਹਿੰਦੇ ਆ, ਕਹਿਣਾ ਚਾਹਾਂਗਾ ਜ਼ਰੂਰ ਇਹ ਗੱਲ ਕਿ ਇੱਕ ਜਵਾਨ ਨਹੀਂ ਦੱਸ ਸਕਦਾ ਕਿ ਬੁਢਾਪਾ ਕੀ ਹੈ ਤੇ ਇੱਕ ਬੱਚਾ ਨਹੀਂ ਦੱਸ ਸਕਦਾ ਜਵਾਨੀ ਕੀ ਹੈ। ਇੱਕ ਐਕਸਪੀਰੀਅੰਸ ਦੇ ਨਾਲ ਹੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਸੋ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਾਹਰ ਲਾਈਫ ਬਹੁਤ ਅੱਛੀ ਹੈ, ਕਿਉਂਕਿ ਜਿਹੜਾ ਪਰਸਨ ਗਿਆ ਹੋਏਗਾ, ਕਾਫੀ ਕੰਟਰੀ ਘੁੰਮਿਆ ਹੋਏਗਾ, ਉਹ ਤੁਹਾਨੂੰ ਐਡਵਾਈਸ ਕਰ ਸਕੇਗਾ ਕਿ ਇੰਡੀਆ ਬਹੁਤ ਅੱਛਾ ਹੈ। ਲੇਕਿਨ ਮੈਂ ਕਹਾਂਗਾ ਅਗਰ ਤੁਸੀਂ ਕੰਪੈਰੀਜ਼ਨ ਕਰਨਾ ਹੈ ਤੇ ਇੰਡੀਆ ਤੋਂ ਬਾਹਰ ਅਗਰ ਤੁਸੀਂ ਨਿਕਲੋਗੇ ਤਾਂ ਵਾਕਿਆ ਹੀ ਔਸਮ ਤੁਸੀਂ ਕਹੋਗੇ ਕਿ ਮੈਨੂੰ ਪਤਾ ਹੀ ਨਹੀਂ ਸੀ। ਮੈਂ ਆਪਣੇ ਰਿਲੇਟਿਵ ਦੀ ਜ਼ਰੂਰ ਛੋਟੀ ਗੱਲ ਦੱਸਣਾ ਚਾਹਾਂਗਾ ਕਿ ਕਾਫੀ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਭਾਈ ਤੁਸੀਂ ਬਾਹਰ ਇੰਨੇ ਬੱਚੇ ਭੇਜ ਦਿਓ, ਇੰਡੀਆ ਤਾਂ ਬਹੁਤ ਹੀ ਵਧੀਆ ਹੈ। ਲੇਕਿਨ ਜਦੋਂ ਮੈਂ ਦੇਖਦਾ ਉਹ ਫਸਟ ਟਾਈਮ ਲਾਈਫ ਵਿੱਚ ਉਹ ਵੀ ਬਾਹਰ ਜਾਂਦੇ ਆ ਨਾ ਤੇ ਫਿਰ ਆ ਕੇ ਕਹਿਣਗੇ ਨਹੀਂ ਤੁਸੀਂ ਬਿਲਕੁਲ ਠੀਕ ਕਹਿੰਦੇ ਸੀ, ਮਜ਼ਾ ਆ ਗਿਆ, ਵਾਕਈ ਉਹ ਕੰਟਰੀਜ਼ ਬਹੁਤ ਅੱਛੀਆਂ। ਈਵਨ ਸਿੰਗਾਪੁਰ, ਦੁਬਈ ਜਾਂ ਛੋਟੀ ਕੰਟਰੀ ਵੀ ਘੁੰਮ ਕੇ ਆ ਕੇ ਉਹਨਾਂ ਦਾ ਇਹ ਕਹਿਣਾ ਹੁੰਦਾ ਸਰ ਕਿ ਮਜ਼ਾ ਆ ਗਿਆ ਉਹ ਕੰਟਰੀਜ਼ ਦੇਖ ਕੇ। ਅੱਜ ਪਤਾ ਲੱਗਿਆ ਕਿ ਬਾਹਰ ਕਿਹਨੂੰ ਕਹਿੰਦੇ ਆ। ਸੋ ਇਹੀ ਰੀਜ਼ਨ ਹੈ, ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਪੇਰੈਂਟਸ ਅਫੋਰਡ ਕਰ ਸਕਦੇ ਆ, ਇੱਕ ਵਾਰੀ ਬੱਚਿਆਂ ਨੂੰ ਜਦੋਂ 10th ਵਿੱਚ +1 +2 ਚ ਨੇ ਨਾ, ਉਹਨਾਂ ਨੂੰ ਵਿਜ਼ਟਰ ਵੀਜ਼ੇ ਤੇ ਅਬਰੋਡ ਘੁਮਾ ਕੇ ਲਿਆਓ, ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਹਾਂ ਹੁਣ ਮੈਨੂੰ ਬਾਹਰ ਜਾਣ ਵਾਸਤੇ ਕੀ ਰਿਕੁਆਇਰਮੈਂਟ ਹੈ ਤੇ ਉਹ ਡੈਫੀਨਿਟਲੀ ਆਪਣੀ ਸਟੱਡੀ ਨੂੰ ਫੋਕਸ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੂੰ ਕੀ ਮਿਹਨਤ ਕਰਨ ਦੇ ਨਾਲ ਕੀ ਚੀਜ਼ ਮਿਲਣ ਵਾਲੀ ਹੈ। ਬਿਲਕੁਲ ਜੀ, 6 ਮਹੀਨੇ ਦੀ ਮਿਹਨਤ ਤੇ ਹੋ ਸਕਦਾ ਆਉਣ ਵਾਲੇ 60-70 ਸਾਲ ਤੁਹਾਡੇ ਬਹੁਤ ਵਧੀਆ ਹੋ ਜਾਣ। ਆ ਤੁਸੀਂ ਗੱਲ ਬਹੁਤ ਅੱਛੀ ਕਹੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਲਾਈਵ ਪ੍ਰੋਗਰਾਮ ਦੇਖ ਰਹੀ ਹਾਂ, ਮੇਰੀ ਸਰ ਨਾਲ ਗੱਲ ਹੋ ਸਕਦੀ? ਬਿਲਕੁਲ ਜੀ, ਕਰੋ ਜੀ। ਕੀ ਨਾਮ ਹੈ ਡੈਫੀਨਿਟਲੀ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਕੌਰ ਗੱਲ ਕਰ ਰਹੀ ਹਾਂ ਬਠਿੰਡਾ ਤੋਂ। ਹਾਂਜੀ ਬੋਲੀਏ ਮੈਮ। ਮੈਂ ਸਰ ਆਪਣੀ ਬੇਟੀ ਵਾਸਤੇ ਕਨਫਰਮ ਕਰਨਾ ਸੀਗਾ ਤੁਹਾਡੇ ਕੋਲ ਜੀ। ਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਬੇਟੀ ਦੀ? ਮੈਂ 2013 ਕੀਤੀ ਹੈ, 52% ਤੇ ਵਿਦਆਊਟ ਆਇਲਸ ਜਾਣਾ ਚਾਹਦੀ ਸੀਗੀ UK। ਆਫਟਰ ਵੀਜ਼ਾ ਕੋਈ ਹੈ ਪਲਾਨ? 2013 ਪਾਸ ਆਊਟ ਨੇ? ਹਾਂਜੀ। +2? ਹਾਂਜੀ। ਉਸ ਤੋਂ ਬਾਅਦ ਕੁਝ ਨਹੀਂ ਕੀਤਾ ਬੇਟੀ ਨੇ? ਕੋਈ ਜੌਬ ਕੀਤੀ ਹੈ? ਨਹੀਂ ਜੌਬ ਵੀ ਨਹੀਂ ਕੀਤੀ। ਓਕੇ, ਠੀਕ ਹੈ ਜੀ। ਸੋ ਦੇਖੋ, ਇਸ ਤਰ੍ਹਾਂ ਦੀ ਫਾਈਲਸ ਹਮੇਸ਼ਾ ਮੈਂ ਬਹੁਤ ਟਾਈਮ ਤੋਂ ਦੱਸ ਰਿਹਾ, ਫਿਰ ਵੀ ਚਲੋ ਕਈ ਪੇਰੈਂਟਸ ਨੂੰ ਹੁੰਦਾ ਹੀ ਹੈ ਕਿ ਐਗਜ਼ੈਕਟਲੀ ਕਿ ਹਾਂ ਕਿ ਸ਼ਾਇਦ ਕੋਈ ਆਪਸ਼ਨ ਨਹੀਂ ਹੈ ਮਾਰਕੀਟ 'ਚ ਜਾਂ ਕਿਸੇ ਕੰਸਲਟੈਂਟ ਤੋਂ ਹੋਏ। ਇਹ ਤਾਂ ਮੈਨੂੰ ਇੱਕ ਚੀਜ਼ ਮੈਡਮ ਯਾਦ ਆ ਗਈ, ਬਹੁਤ ਪੁਰਾਣੀ, ਆਈ ਥਿੰਕ 2010 ਦੇ ਕਰੀਬ ਮੈਨੂੰ ਯਾਦ ਹੈ ਕਿ ਉਦੋਂ ਕਈ ਵਾਰੀ ਸਮਟਾਈਮ ਕਿ ਜਦੋਂ ਸਟਾਰਟ ਕੀਤਾ ਸੀ ਬਿਜ਼ਨਸ ਤੇ ਕਈ ਵਾਰੀ ਕਾਲਸ ਮੈਂ ਵੀ ਅਟੈਂਡ ਕਰਦਾ ਹੁੰਦਾ ਸੀ, ਜਿਹੜੀ ਕਿ ਨਿਊਜ਼ਪੇਪਰ ਦੀ ਐਡ ਤੇ ਕਈ ਵਾਰੀ ਕਾਲਸ ਆਉਣੀਆਂ। ਤੇ ਇੱਕ ਵਾਰੀ ਮੈਨੂੰ ਯਾਦ ਹੈ ਇੱਕ ਲੇਡੀ ਦਾ ਫੋਨ ਆਇਆ ਸੀ ਕਿ ਮੈਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੀ ਹਾਂ। ਤੇ ਬੱਚੇ ਦੀ ਪ੍ਰੋਫਾਈਲ ਮੈਨੂੰ ਜਿੱਥੇ ਰਫਲੀ ਕੋਈ ਕੁਝ ਆਈਡੀਆ ਕਿ ਉਹ ਬੱਚਾ ਐਲੀਜੀਬਲ ਨਹੀਂ ਸੀ, ਕਾਫੀ ਜ਼ਿਆਦਾ ਗੈਪ ਸੀ, ਕੁਆਲੀਫਿਕੇਸ਼ਨ ਵੀ 10th ਸੀ ਬੱਚੇ ਦੀ। ਤੇ ਮੈਂ ਉਹਨਾਂ ਨੂੰ ਉਹਦੇ ਮਦਰ ਨੂੰ ਕਿਹਾ ਕਿ ਨਹੀਂ ਤੁਹਾਡਾ ਬੱਚਾ ਐਲੀਜੀਬਲ ਨਹੀਂ ਹੈ, ਉਹ ਨਹੀਂ ਕਰ ਸਕਦਾ, ਆਪਣਾ ਅਪਲਾਈ ਨਹੀਂ ਕਰ ਸਕਦਾ, ਉਹਦਾ ਵੀਜ਼ਾ ਨਹੀਂ ਲੱਗੇਗਾ। ਤੇ ਉਹਦੇ ਮਦਰ ਦੀ ਵਰਡਿੰਗ ਸੀ ਤੂੰ ਕਿੱਦਾਂ ਦਾ ਏਜੰਟ ਹੈ। ਸੋ ਕਿਤੇ ਨਾ ਕੋਈ ਰੀਜ਼ਨ ਇਹ ਹੈ ਕਿ ਉਹ ਆਪਣੇ ਪਿੰਡ ਦੇ ਨਾ ਅੱਜ ਬਜ਼ੁਰਗਾਂ ਨੂੰ ਵੀ ਇਹ ਲੱਗਦਾ ਕਿ ਜਾਂ ਕਿ ਉਹਦੇ ਪੇਰੈਂਟਸ ਨੂੰ ਵੀ ਇਹ ਲੱਗਦਾ ਕਿ ਠੀਕ ਹੈ ਕਿ ਗੈਪ ਬਹੁਤ ਜ਼ਿਆਦਾ, ਸ਼ਾਇਦ ਕੋਈ ਆਪਸ਼ਨ ਹੋਵੇਗੀ। ਲੇਕਿਨ ਸਟੱਡੀ ਵੀਜ਼ਾ ਇੱਕ ਜੈਨੂਇਨ ਵੇ ਦਾ, ਇਹ ਕੋਈ ਡੋਂਕੇ ਵਗੈਰਾ ਜਾਂ ਕੋਈ ਬਾਰਡਰ ਪਾਸ ਕਰਾਉਣ ਵਾਲੀ ਚੀਜ਼ ਨਹੀਂ ਹੈ ਜਿਹਦੇ ਵਿੱਚ ਤੁਸੀਂ ਕਹੋ ਕਿ ਬੱਚੇ ਦਾ ਇੰਨਾ ਗੈਪ ਹੈ
ਜਾਂ ਕੋਈ ਕੰਸਲਟੈਂਟ ਤੁਹਾਡੀ ਕੋਈ ਹੈਲਪ ਕਰ ਦੇਗਾ ਕੁਝ ਗਲਤ ਕਰਕੇ, ਤਾਂ ਉਹਦੇ 'ਚ ਕੋਈ ਬੈਨੀਫਿਟ ਨਹੀਂ ਹੈ। ਹੋ ਸਕਦਾ ਮਾਰਕੀਟ ਵਿੱਚ ਕੋਈ ਨਾ ਕੋਈ ਤੁਹਾਨੂੰ ਗਾਈਡ ਕਰੇ ਕਿ ਮੈਂ ਇਹ ਚੀਜ਼ ਕਰਾ ਦਾਂਗਾ, ਮੈਂ ਗ੍ਰੈਜੂਏਸ਼ਨ ਬਣਾ ਦਾਂਗਾ, ਮੈਂ ਡਿਪਲੋਮੇ ਲਗਾ ਦਾਂਗਾ, ਲੇਕਿਨ ਉਹਦਾ ਬੈਨੀਫਿਟ ਨਹੀਂ ਹੈ, ਕਿਉਂਕਿ ਬੱਚਾ ਉੱਥੇ ਜਾ ਕੇ ਜਿਹੜਾ ਸਟੱਡੀ 'ਚ ਇੰਨਾ ਜ਼ਿਆਦਾ ਗੈਪ ਹੈ ਉਹ ਸਟੱਡੀ ਕੰਟੀਨਿਊ ਨਹੀਂ ਕਰ ਪਾਏਗਾ, ਤਾਂ ਉਹ ਬੈਨੀਫਿਟ ਨਹੀਂ ਹੈ। ਆਫਟਰ ਉਹ 2-3-4 ਸਾਲ ਬਾਅਦ ਵਾਪਸ ਹੀ ਆਏਗਾ। ਸੋ ਬਜਾਏ ਇਹਦੇ ਬੈਨੀਫਿਟ ਇਹ ਹੈ ਕਿ ਬੱਚਾ ਇੱਥੇ ਰਹਿ ਕੇ, ਜਾਂ ਫਿਰ ਅਗਰ ਅਬਰੋਡ ਜਾਣਾ ਹੀ ਹੈ ਤਾਂ ਪਹਿਲੇ ਮੈਂ ਕਹਾਂਗਾ ਆਪਣੇ ਆਇਲਸ ਕਰੇ, ਆਇਲਸ ਕਰਕੇ ਆਪਣੇ ਕਮਿਊਨੀਕੇਸ਼ਨ ਸਕਿੱਲ ਇੰਪਰੂਵ ਕਰੇ, ਫਿਰ ਉਹਦੇ ਅਕੋਰਡਿੰਗ ਦੇਖੀ ਕਿ ਉਹਦੇ ਵਾਸਤੇ ਕਿਹੜੀ ਕੰਟਰੀ ਬੈਸਟ ਹੈ, ਤੇ ਫਿਰ ਮੇਰੇ ਅਕੋਰਡਿੰਗ ਤਾਂ ਬੈਟਰ ਐਡਵਾਈਸ ਹੈ ਤੁਹਾਡੇ ਲਈ। ਬਿਲਕੁਲ ਜੀ। ਅੱਛਾ ਸਰ, ਇਦਾਂ ਦੇ ਪ੍ਰੋਵਾਈਡ ਸਿੰਗਾਪੁਰ ਥਰੂ ਵੀ ਜਾ ਸਕਦੇ ਹੈ? ਡੈਫੀਨੇਟਲੀ, ਦੇਖੋ ਮੈਂ ਉਹੀ ਕਹਿ ਰਿਹਾ ਕਿ ਆਪਣੇ ਉਹਨੂੰ ਇੰਪਰੂਵ ਕਰੋ। ਤੁਸੀਂ ਅਗਰ ਇਹ ਚਾਹ ਰਹੇ ਹੋ ਕਿ ਹਾਂ ਕਿ ਮੈਂ ਬਾਹਰ ਹੀ ਜਾਣਾ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਹੁੰਦਾ ਹੈ, ਔਰ ਇਹ ਰਿਐਲਿਟੀ ਹੈ ਕਿ ਜਦੋਂ ਬੱਚੇ ਦੇ ਮਾਈਂਡ 'ਚ ਇੱਕ ਚੀਜ਼ ਆ ਜਾਂਦੀ ਹੈ ਨਾ ਕਿ ਮੈਂ ਅਬਰੋਡ ਹੀ ਜਾਣਾ ਹੈ, ਚਾਹੇ ਉਹਨੂੰ ਇੱਥੇ ਸਟੱਡੀ ਦੇ ਵਿੱਚ 10 ਸਾਲ ਦਾ ਗੈਪ ਹੈ, ਕੋਈ ਛੋਟਾ ਮੋਟਾ ਬਿਜ਼ਨਸ ਵੀ ਕਰਦਾ ਹੋਏਗਾ ਨਾ, ਤਦ ਵੀ ਉਹਨੂੰ ਕੋਈ ਆਪਸ਼ਨ ਮਿਲੇਗੀ, ਕੋਈ ਕੰਸਲਟੈਂਟ ਮਿਲੇਗਾ, ਕੋਈ ਨੋਨ ਪਰਸਨ ਮਿਲੇਗਾ ਜਿਹਨੂੰ ਥੋੜੀ ਨੌਲੇਜ ਹੋਏਗੀ, ਤਾਂ ਇਹ ਕਹੇਗਾ ਯਾਰ ਮੇਰਾ ਵੀ ਕਿਤੇ ਬਾਹਰ ਦਾ ਬਣਾ ਦਿਓ, ਮੈਂ ਬਾਹਰ ਹੀ ਜਾਣਾ ਚਾਹੁੰਦਾ। ਕਿ ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਉਹ ਇੰਡੀਆ 'ਚ ਰਹਿ ਕੇ ਕਦੀ ਆਪਣੇ 100% ਐਫਰਟਸ ਲਗਾਉਂਦਾ ਹੀ ਨਹੀਂ ਸਕਸੈਸ ਹੋਣ ਦੇ। ਉਹ ਆਪਣੇ ਕੰਫਰਟ ਜ਼ੋਨ ਤੋਂ ਕਦੀ ਬਾਹਰ ਹੀ ਨਹੀਂ ਆਉਂਦਾ। ਉਹ ਬਸ ਉਹਨਾਂ ਕੋ ਬਿਜ਼ਨਸ ਕਰੇਗਾ, ਹਮੇਸ਼ਾ ਹੀ ਸੋਚਦਾ ਰਹੇਗਾ ਕਿ ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ, ਬਾਹਰ ਜਾਣਾ, ਲੇਕਿਨ ਬਾਹਰ ਕਰਨ ਨਾਲ ਤੁਸੀਂ ਬਾਹਰ ਨਹੀਂ ਪਹੁੰਚ ਜਾਣਾ, ਉਹਦੇ ਵਾਸਤੇ ਤੁਹਾਨੂੰ ਐਫਰਟਸ ਕਰਨੇ ਪੈਣੇ ਆ। ਸੋ ਅਗਰ ਤੁਹਾਡਾ ਗੈਪ ਬਹੁਤ ਜ਼ਿਆਦਾ ਹੈ, ਫਿਰ ਤੁਹਾਡੇ ਕੋਲ ਡੈਫੀਨਿਟਲੀ ਤੁਹਾਡੇ ਕੋਲ ਸਿੰਗਾਪੁਰ ਔਰ ਸਾਈਪਰਸ 2 ਕੰਟਰੀਜ਼ ਦੀ ਤੁਹਾਡੇ ਕੋਲ ਆਪਸ਼ਨ ਹੈ, ਜਿੱਥੇ ਤੁਸੀਂ 1 ਸਾਲ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਫਰਦਰ ਤੁਸੀਂ ਅਗਰ ਕੋਈ ਵੱਡੀ ਕੰਟਰੀ ਮੂਵ ਹੋਣਾ ਹੈ, ਜਸਟ ਲਾਈਕ ਕਿ ਆਸਟ੍ਰੇਲੀਆ, ਕੈਨੇਡਾ ਜਾਣਾ, ਤੇ ਤੁਸੀਂ ਵਿਦ ਆਇਲਸ ਅਗਰ ਯੂਕੇ ਜਾਣਾ ਚਾਹ ਰਹੇ ਹੋ ਸਿੰਗਾਪੁਰ ਤੋਂ, ਤੇ ਵਿਦਆਊਟ ਆਇਲਸ ਸਾਈਪਰਸ ਤੋਂ ਵੀ ਅਗਰ ਤੁਸੀਂ ਯੂਕੇ ਜਾਣਾ ਚਾਹ ਰਹੇ ਹੋ, ਤਾਂ ਡੈਫੀਨਿਟਲੀ ਵਿਦਆਊਟ ਆਇਲਸ ਤੁਸੀਂ ਅਪਲਾਈ ਕਰ ਸਕਦੇ ਹੋ, ਵੀਜ਼ਾ ਲੈ ਸਕਦੇ ਹੋ, ਬਸ਼ਰਤੇ ਜੋ ਟਰਮਸ ਐਂਡ ਕੰਡੀਸ਼ਨ ਹੈ, ਜੋ ਤੁਹਾਨੂੰ ਗ੍ਰੇਡ ਚਾਹੀਦਾ ਉੱਥੇ, ਜਿੰਨੀ ਅਟੈਂਡੈਂਸ ਚਾਹੀਦੀ ਹੈ, ਜਿਹੜੇ ਕੋਰਸ ਤੁਹਾਨੂੰ ਚਾਹੀਦਾ ਕਿ ਤੁਸੀਂ ਇਸ ਕੋਰਸ 'ਤੇ ਜਾਓ, ਕਿਹੜੇ ਕਾਲਜ ਦੇ ਵਿੱਚ ਅਪਲਾਈ ਕਰ ਰਹੇ ਹੋ, ਉਸ ਕਾਲਜ ਦੇ ਉਸ ਯੂਨੀਵਰਸਿਟੀਜ਼ ਨਾਲ ਅੱਗੋਂ ਨੈਕਸਟ ਆਈਐਫ ਹੈ ਕਿ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਕ੍ਰੋਸ ਵੈਰੀਫਾਈ ਕਰਨਾ ਹੈ। ਕਿਉਂਕਿ ਮਾਰਕੀਟ ਦੇ ਵਿੱਚ ਕੰਸਲਟੈਂਟਸ ਨੇ, ਦੇਖੋ ਉਹਨਾਂ ਨੇ ਵੀਜ਼ਾ ਲਗਵਾ ਕੇ ਦੇਣਾ, ਉਹਨਾਂ ਨੇ ਕੁਝ ਜੈਨੂਇਨ ਕੁਝ ਫੇਕ ਕੰਸਲਟੈਂਟ ਵੀ ਬੈਠੇ ਨੇ ਜਿਨ੍ਹਾਂ ਨੇ ਆਪਣਾ ਬਿਜ਼ਨਸ ਚਲਾਉਣਾ ਹੈ। ਸੋ ਤੁਸੀਂ ਇਹ ਚੀਜ਼ ਚੈੱਕ ਕਰਨੀ ਹੈ, ਪ੍ਰੋਸਪੈਕਟਸ ਤੋਂ ਲੈ ਕੇ ਚੈੱਕ ਕਰਨਾ ਕਿ ਉਹਦੇ ਵਿੱਚ ਕ੍ਰੋਸ ਵੈਰੀਫਾਈ ਕਰੋ, ਖੁਦ ਮੇਲ ਕਰਕੇ। ਅੱਜ ਹਰ ਬੱਚਾ ਐਕਟਿਵ ਹੈ, ਹਰ ਇੱਕ ਦੇ ਮੋਬਾਈਲ ਤੇ ਮੇਲ ਆਈਡੀ ਹੈਗੀ ਹੈ, ਯੂਨੀਵਰਸਿਟੀ ਦੇ ਸਰਚ ਕਰੋ, ਵੈਬਸਾਈਟ ਤੇ ਜਾ ਕੇ ਉਹਨਾਂ ਦੀ ਮੇਲ ਸਰਚ ਕਰੋ, ਕੰਸਲਟੈਂਟ ਤੋਂ ਮੇਲ ਆਈਡੀ ਲਓ, ਫਿਰ ਉਹਨਾਂ ਤੋਂ ਕਨਫਰਮ ਕਰੋ ਕਿ ਅੱਗੋਂ ਟਾਈ ਅਪ ਹੈ, ਕਿ ਉਹ ਤੁਹਾਡੀ ਕੋਈ ਹੈਲਪ ਕਰਨਗੇ, ਕੀ ਟਰਮਸ ਐਂਡ ਕੰਡੀਸ਼ਨਸ ਨੇ ਉਹ ਪੂਰੀਆਂ ਤੁਸੀਂ ਕਰ ਪਾਓਗੇ, ਫਿਰ ਡੈਫੀਨਿਟਲੀ ਅਪਲਾਈ ਕਰੋ। ਕਿਉਂਕਿ ਦੇਖੋ ਕੁਝ ਕਰਨ ਦੇ ਨਾਲ ਹੀ ਤੁਹਾਨੂੰ ਕੁਝ ਮਿਲੇਗਾ। ਸੋ ਕਹਿੰਦੇ ਆ ਕਿ ਕੁਝ ਪਾਣ ਵਾਸਤੇ ਕੁਝ ਖੋਣਾ ਪੈਂਦਾ, ਮੈਂ ਕਹਾਂਗਾ ਨਹੀਂ, ਕੁਝ ਪਾਣ ਵਾਸਤੇ ਕੁਝ ਖੋਣਾ ਨਹੀਂ, ਕੁਝ ਪਾਣ ਵਾਸਤੇ ਕੁਝ ਕਰਨਾ ਪੈਂਦਾ ਹੈ, ਕੋਈ ਐਫਰਟਸ ਕਰਨਾ ਪੈਂਦਾ, ਖੋਣ ਦੀ ਤਾਂ ਗੱਲ ਬਾਤ ਦੀ ਹੈ। ਸੋ ਡੈਫੀਨਿਟਲੀ ਤੁਸੀਂ ਅਗਰ ਐਫਰਟਸ ਕਰੋਗੇ, ਅੱਜ ਅਗਰ ਤੁਹਾਨੂੰ ਲੱਗਦਾ ਕਿ ਮੇਰਾ ਗੈਪ ਬਹੁਤ ਜ਼ਿਆਦਾ ਯਾਰ, ਕਿ ਮੈਂ 10-12 ਸਾਲ ਹੋ ਗਏ, ਮੈਂ ਆਪਣੀ ਲਾਈਫ ਤੋਂ ਫੈਡ ਅਪ ਹਾਂ, ਮੈਂ ਕੋਈ ਅੱਛਾ ਅਰਨ ਨਹੀਂ ਕਰ ਰਿਹਾ, ਮੇਰੀ ਮੈਰਿਜ ਦੀ ਏਜ ਬਣ ਰਹੀ ਹੈ, ਤਾਂ ਉਹਦੇ ਵਾਸਤੇ ਡੈਫੀਨਿਟਲੀ ਤੁਸੀਂ ਇੱਕ ਵਾਰੀ ਐਫਰਟਸ ਕਰੋ, ਮੇਰੇ ਕੋਲ ਆਓ, ਸਮਝੋ ਕਿਹੜੀ ਕੰਟਰੀ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ। ਸਾਡੇ ਲੱਗੇ ਹੋਏ ਪੁਰਾਣੇ ਗਏ ਹੋਏ ਬੱਚਿਆਂ ਦੇ ਕੰਟੈਕਟ ਨੰਬਰ ਲਓ ਸਾਡੇ ਕੋਲ, ਉਹਨਾਂ ਨਾਲ ਗੱਲ ਕਰੋ, ਫਿਰ ਗੱਲ ਕਰਕੇ ਉਹਨਾਂ ਨੂੰ ਪੁੱਛੋ ਕਿ ਸਰ ਤੁਸੀਂ ਗਏ ਹੋ, ਤੁਸੀਂ ਕਿੰਨਾ ਅਰਨ ਕਰ ਰਹੇ ਹੋ, ਕਿੰਨੇ ਸਾਲ ਹੋ ਗਏ ਤੁਹਾਨੂੰ ਸਿੰਗਾਪੁਰ, ਕਿੰਨੇ ਸਾਲ ਤੁਹਾਨੂੰ ਸਾਈਪਰਸ ਹੋ ਗਏ। ਜਿਹੜੇ ਬੱਚੇ ਅੱਗੋਂ ਮੂਵ ਹੋਏ ਨੇ, ਉਹ ਬੱਚਿਆਂ ਦੇ ਕੰਟੈਕਟ ਨੰਬਰ ਸਾਡੇ ਕੋਲ ਲਓ, ਉਹਨਾਂ ਤੋਂ ਪੁੱਛੋ ਕਿ ਉਹਨਾਂ ਨੇ ਕੀ ਪ੍ਰੋਸੈਸ ਫੋਲੋ ਕੀਤਾ, ਕਿੱਦਾਂ ਉਹ ਸਿੰਗਾਪੁਰ ਸਾਈਪਰਸ ਤੋਂ ਅੱਗੋਂ ਵੱਡੀ ਕੰਟਰੀ ਮੂਵ ਹੋਏ, ਦੈਨ ਤੁਸੀਂ ਵੀ ਫਿਰ ਉਸ ਚੀਜ਼ ਨੂੰ ਫੋਲੋ ਕਰੋ, ਡੈਫੀਨਿਟਲੀ ਤੁਸੀਂ ਵੀ ਮੂਵ ਹੋ ਸਕਦੇ ਹੋ। ਬਿਲਕੁਲ ਜੀ। ਅਗਲੇ ਕਾਲਰ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਦਲਜੀਤ ਕੌਰ ਗੱਲ ਕਰ ਰਹੀ ਹਾਂ ਲੁਧਿਆਣੇ ਤੋਂ। ਹਾਂਜੀ ਦੱਸੋ ਦਲਜੀਤ, ਕੀ ਸਵਾਲ ਹੈ? ਐਕਚੁਅਲੀ ਆਈ ਵਾਂਟ ਟੂ ਆਪਣੀ ਕੰਟਰੀ ਸੁਜੈਸਟ ਕਰੋ। ਮੇਰੀ ਆਇਲਸ ਹੈ +2 2014, 60% ਹੈ ਮੇਰੇ। ਠੀਕ ਹੈ, 14 ਤੋਂ ਮੇਰੀ ਜੌਬ ਐਕਸਪੀਰੀਅੰਸ ਹੈ। ਓਕੇ तो स्टिल मैं अभी फ्री हूँ। ਓਕੇ ਠੀਕ ਹੈ। ਪਲੱਸ ਹੁਣ ਕਿਹੜੀ ਕੰਟਰੀ 'ਚ ਜਾਣਾ ਚਾਹੁੰਦੇ ਹੋ? मैम मैंने कंट्री का अच्छी कंट्री हो गई, बट ये है कि बजट घट हो। ਓਕੇ, ਆਇਲਸ ਵਗੈਰਾ ਕੀਤਾ ਹੈ ਤੁਸੀਂ ਕਿ ਵਿਦਆਊਟ ਆਇਲਸ ਹੀ ਜਾਣਾ ਹੈ? आयल्स वगैरह कुछ भी नहीं किया। ਕੁਝ ਵੀ ਨਹੀਂ ਕੀਤਾ, ਵਿਦਆਊਟ ਆਇਲਸ ਹੀ ਜਾਣਾ। ਠੀਕ ਹੈ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਲਓ। ਅੱਜ So- ਆਲਮੋਸਟ 13 14 15 ਵਾਲੇ ਹੀ ਆ ਰਹੇ ਨੇ, ਹੈ ਨਾ? ਹਾਂ, ਨਹੀਂ Gap ਐਕਚੁਅਲੀ ਵਾਲੇ। ਮੈਮ ਰੀਜ਼ਨ ਕੀ ਹੈ ਕਿ ਪੰਜਾਬ ਦੇ ਵਿੱਚ ਵਿਦਆਊਟ ਆਇਲਸ ਨਾ 2019 ਤੋਂ ਜਦੋਂ ਦਾ ਯੂਕੇ ਦਾ ਵੀਜ਼ਾ ਸਟਾਰਟ ਹੋਇਆ, ਇੰਨਾ ਈਜ਼ੀ ਪ੍ਰੋਸੈਸ ਸੀ ਨਾ ਕਿ ਸਟਾਰਟਿੰਗ ਦੇ ਵਿੱਚ 3-3 ਹਜ਼ਾਰ ਪਾਉਂਡ ਫੀਸ ਪੇ ਕਰਕੇ, ਮਤਲਬ 4-5 ਲੱਖ ਦਾ ਖਰਚਾ ਹੁੰਦਾ ਸੀ। ਬਹੁਤ ਸਾਰਾ ਵਿਦਆਊਟ ਆਇਲਸ ਬੱਚਾ ਉਦੋਂ ਜਾ ਚੁੱਕਾ ਹੈ। ਰਹਿ ਕਿਹੜੇ ਬੱਚੇ ਗਏ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਹੈ। ਅੱਜ ਉਹ ਵੀ ਬੱਚਿਆਂ ਨੂੰ ਲੱਗਦਾ ਹੈ ਕਿ ਹਾਂ ਅਸੀਂ ਵੀ ਅਪਲਾਈ ਕਰ ਲਈਏ, ਕਿ ਜਿਹੜੇ ਸਾਡੇ ਦੂਸਰੇ ਰਿਲੇਟਿਵ ਜਾਂ ਫਰੈਂਡਸ ਜਾਂ ਬ੍ਰਦਰ ਚਲੇ ਗਏ ਆ, ਅਸੀਂ ਅੱਜ ਦੇਖ ਰਹੇ ਹਾਂ ਕਿ ਉਹਨਾਂ ਨੂੰ ਗਏ ਹੋਏ 2-3 ਸਾਲ ਹੋ ਗਿਆ, ਉਹ ਵੈਲ ਸੈਟਲ ਹੋ ਗਿਆ। ਕਿਉਂਕਿ ਸਾਡੀ ਪ੍ਰੋਬਲਮ ਕੀ ਹੈ, ਅਸੀਂ ਇਸ ਚੀਜ਼ ਵਿੱਚ ਬਹੁਤ ਟਾਈਮ ਵੇਸਟ ਕਰ ਦਿੰਦੇ ਹਾਂ ਕਿ ਪਹਿਲੇ ਫਲਾਣਾ ਬੰਦਾ ਗਿਆ, ਉਹ ਜਾ ਕੇ ਦੇਖੀਏ ਸਕਸੈਸ ਹੁੰਦਾ ਕਿ ਨਹੀਂ ਹੁੰਦਾ, ਤੇ ਫਿਰ ਅਸੀਂ ਐਫਰਟਸ ਕਰਾਂਗੇ। ਦੇਖੋ ਹਰ ਇੱਕ ਦੀ ਮਿਹਨਤ ਹੈ। ਹੋ ਸਕਦਾ ਹੈ ਜਿਹੜਾ ਬੱਚਾ ਉੱਥੇ ਜਾ ਕੇ ਸਕਸੈਸ ਹੋਇਆ ਹੋਵੇ, ਉਸ ਕੰਟਰੀ ਤੁਸੀਂ ਨਾ ਹੋ ਪਾਵੋ, ਕਿਉਂਕਿ ਉਹਨੇ ਕੀ ਪ੍ਰੋਸੈਸ ਫੋਲੋ ਕੀਤਾ, ਉਹ ਕਿੰਨਾ ਹਾਰਡ ਵਰਕਰ ਸੀ। ਅੱਜ ਹਰ ਕੋਈ, ਅਗਰ ਮੈਂ ਕਹਾਂ ਵਿਰਾਟ ਕੋਹਲੀ, ਸਚਿਨ ਤੰਦੂਲਕਰ ਨਹੀਂ ਬਣ ਗਿਆ,
ਕੋਈ ਰਾਹੁਲ द्रविड़ भी ਬਣਿਆ, ਜੀ। ਕੋਈ ਹੋਰ ਵੀ ਪਲੇਅਰ ਰਿਹਾ ਕਿ ਜਿਹੜਾ ਬਹੁਤ ਅੱਛਾ ਪਰਫਾਰਮ ਨਹੀਂ ਕਰ ਪਾਇਆ। ਸੋ ਹਰ ਇੱਕ ਦੀ ਆਪਣੀ ਇੰਡੀਵਿਜੂਅਲ ਮਿਹਨਤ, ਇੰਡੀਵਿਜੂਅਲ ਐਫਰਟਸ ਹੈ। ਜੀ। ਸੋ ਤੁਸੀਂ ਕਿੰਨੇ ਐਫਰਟਸ ਕਰ ਰਹੇ ਹੋ, ਕਿੰਨੇ ਪੋਜ਼ਿਟਿਵ ਹੋ। ਸੋ ਆਪਣੇ ਆਪ ਨੂੰ ਦੇਖੋ ਯਾਰ ਕਿ ਮੇਰਾ ਇੰਨਾ ਗੈਪ ਹੈ, ਅਗਰ ਮੈਂ ਬਾਹਰ ਜਾਣਾ ਵਾਕਈ ਉੱਥੇ ਜਾ ਕੇ ਮੈਂ ਸਟਰਗਲ ਕਰ ਸਕਦਾ। ਅਗਰ ਤੁਹਾਨੂੰ ਲੱਗਦਾ ਕਿ ਬਹੁਤ ਈਜ਼ੀ ਹੈ, ਈਜ਼ੀ ਕੁਝ ਨਹੀਂ ਹੈ। ਉੱਥੇ ਬਿਲਕੁਲ। ਜਾ ਕੇ ਵੀ ਤੁਹਾਨੂੰ ਸਟਰਗਲ ਮਿਹਨਤ Struggle ਕਰਨੀ ਕਰਨਾ ਪਏਗੀ। ਹੀ ਸਿਰਫ ਪਏਗਾ। ਬੈਨੀਫਿਟ ਕੀ ਹੈ ਕਿ ਉੱਥੇ ਸਟਰਗਲ ਦਾ ਮੁੱਲ ਹੈ, ਮੁੱਲ ਹੈ। ਬੈਨੀਫਿਟ ਹੈ ਤੁਹਾਨੂੰ, ਬਿਲਕੁਲ। ਉਹਦਾ ਤੁਹਾਨੂੰ ਰਿਵਾਰਡ ਅੱਛਾ ਮਿਲਦਾ ਹੈ। ਸੋ ਬਿਲਕੁਲ। ਅਗਰ ਮੈਂ ਸਟੱਡੀ ਦੀ ਗੱਲ ਕਰਾਂ, ਬਹੁਤ ਸਾਰੇ ਮੈਡਮ ਪੇਰੈਂਟਸ ਆਉਂਦੇ ਨੇ, ਜੀ ਸਰ, ਬੱਚੇ ਵੀ ਪਹਿਲਾਂ ਕਾਲ ਆਉਂਦੇ ਨੇ। ਲੈਂਦੇ ਜੀ ਆਪਾਂ। ਜੀ ਜੀ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਡਮ ਪਰਮਵੀਰ ਬੋਲ ਰਿਹਾ ਜੀ। ਜੀ ਪਰਮਵੀਰ, ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਮੈਡਮ ਮੈਂ ਬਠਿੰਡੇ ਤੋਂ ਬੋਲ ਰਿਹਾ ਜੀ। ਓਕੇ ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ? ਮੈਡਮ ਮੈਂ 2016 ਚ ਨਾ ਆਸਟ੍ਰੇਲੀਆ ਗਿਆ ਸੀਗਾ ਆਫਟਰ ਪਲੱਸ 2 ਠੀਕ ਹੈ ਜੀ। ਤੇ ਘਰੇ ਪ੍ਰੋਬਲਮ ਸੀ, ਮੈਂ 17 ਚ ਵਾਪਸ ਆ ਗਿਆ ਸੀਗਾ ਜੀ। ਠੀਕ ਹੈ ਠੀਕ ਹੈ ਸਰ। ਤੇ ਯਾਨੀ ਕਿ ਸਟੱਡੀ ਮੈਂ ਕੰਪਲੀਟ ਨਹੀਂ ਕੀਤੀ ਹੈ, ਇੱਦਾਂ ਹੀ ਆ ਗਿਆ ਪਿੱਛੇ ਛੱਡ ਕੇ ਜੀ 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 ਜੀ। ਓਕੇ। ਤੇ ਮੈਂ ਹੁਣ ਦੁਬਾਰੇ ਅਪਲਾਈ ਕਰਨਾ ਹੈਗਾ ਤੇ ਆਈਲੈਟਸ ਕੀਤੀ ਹੈ ਮੈਂ ਹੁਣੇ। ਕਿੰਨੇ ਬੈਂਡ ਆਏ ਨੇ ਔਰ ਕਿੱਥੇ, ਆਸਟ੍ਰੇਲੀਆ ਜਾਣਾ ਦੁਬਾਰਾ ਜਾਂ ਕਿਤੇ ਹੋਰ? ਤੁਸੀਂ ਸੁਜੈਸਟ ਕਰ ਦਿਓ। ਵੈਸੇ ਤਾਂ ਮੈਨੂੰ ਕਹਿ ਰਿਹਾ ਵੀ ਕਿਤੇ ਕਦੋਂ ਕੰਸਲਟੈਂਟ ਨਾਲ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਜਿਵੇਂ ਤੁਸੀਂ ਸਟੱਡੀ ਕੰਪਲੀਟ ਨਹੀਂ ਕੀਤੀ ਹੈਗੀ ਦੁਬਾਰਾ ਆਸਟ੍ਰੇਲੀਆ ਨਾ ਲਗਾਇਓ। ਜੇ ਤਾਂ ਆਸਟ੍ਰੇਲੀਆ ਹੋ ਸਕਦਾ ਠੀਕ ਹੈ, ਨਹੀਂ ਤੁਸੀਂ ਸੁਜੈਸਟ ਕਰ ਦਿਓ ਕਿੱਥੇ ਜਾ ਸਕਦਾ ਹੈ। ਕਿੰਨੇ ਬੈਂਡ ਆਏ ਨੇ ਤੁਹਾਡੇ? ਮੈਡਮ ਇੱਕ ਮੋਡਿਊਲ ਦੇ ਵਿੱਚ 5.5 ਹੈ, ਬਾਕੀ 6 ਹੈ। ਠੀਕ ਚਲੋ ਹੈ। ਬਹੁਤ ਅੱਛੀ ਪ੍ਰੋਫਾਈਲ ਹੈ। ਡੈਫੀਨਿਟਲੀ ਇਹ ਬੱਚਾ ਅਗਰ ਚਾਹੇਗਾ, ਕਿਉਂਕਿ 10+2 ਕੁਆਲੀਫਿਕੇਸ਼ਨ ਹੈ, 2016 ਪਾਸ ਆਊਟ ਹੈ, ਮਾਰਕੀਟ ਹੀ ਤੁਹਾਨੂੰ ਕੋਈ ਆਪਸ਼ਨ ਨਹੀਂ ਦੇਗਾ। ਮੈਂ ਤੁਹਾਨੂੰ ਰਿਐਲਿਟੀ ਕਹਿ ਰਿਹਾ ਕਿ ਮਾਰਕੀਟ ਤੁਹਾਨੂੰ ਕੋਈ ਬੱਚਾ ਆਪਸ਼ਨ ਨਹੀਂ, ਕੋਈ ਕੰਸਲਟੈਂਟ ਤੁਹਾਨੂੰ ਇਹ ਆਪਸ਼ਨ ਨਹੀਂ ਦੇਗਾ ਕਿ ਤੁਸੀਂ ਯੂਕੇ ਵਾਸਤੇ ਐਲੀਜੀਬਲ ਹੋ। ਲੇਕਿਨ ਸਾਈ ਓਵਰਸੀਜ਼ ਤੁਹਾਨੂੰ 2016 ਪਾਸ ਆਊਟ ਵਿਦ ਆਇਲਸ ਤੁਹਾਨੂੰ ਵੀਜ਼ਾ ਲੈ ਕੇ ਦੇਗਾ। ਔਰ ਅਗਰ ਨਹੀਂ ਯਕੀਨ ਕਿਸੇ ਵੀ ਕੰਸਲਟੈਂਟ ਨੂੰ, ਤੁਸੀਂ ਫਾਈਲ ਮੈਨੂੰ ਦੇ ਸਕਦੇ ਹੋ ਔਰ ਮੈਂ ਪੇਮੈਂਟ ਬੱਚੇ ਨੂੰ ਚੈਲੰਜ ਕਰਾਂਗੀ ਤੁਹਾਡੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ। ਕਿਉਂ ਇਦਾਂ ਦੀ ਪ੍ਰੋਫਾਈਲ ਦਾ? ਕਿਉਂਕਿ ਇਦਾਂ ਦੀ ਪ੍ਰੋਫਾਈਲ ਅਸੈਪਟ ਕਰਨਾ ਇੱਕ ਚੈਲੰਜ ਹੈ। ਬਿਲकुल हर कोई कंसल्टेंट नहीं लेगा, क्योंकि इस प्रोफाइल पे वर्क करना पड़ेगा। देखना होएगा कि बच्चे का गैप है, गैप ਦੇ ਵਿੱਚ ਉਹਨੇ ਕੀ ਕੀਤਾ, थोड़ा एफर्ट्स करके, थोड़ा मैं कहांगा माइंड अपना लगा के फिर बच्चे का वीज़ा आएगा डेफिनेटली। लेकिन ਤੁਹਾਨੂੰ मैं वीज़ा लैके देंगा बिकॉज ऑफ कि बच्चा 1 साल ਆਸਟ੍ਰੇਲੀਆ ਰਹਿ ਕੇ ਆਇਆ। ਸੋ ਉਹਦੇ ਵਿੱਚ ਬੈਨੀਫਿਟ ਮੈਨੂੰ ਕੀ ਹੈ ਕਿ ਬੱਚੇ ਦਾ ਸਕਿੱਲ ਬਹੁਤ ਅੱਛਾ ਹੋਏਗਾ। ਜਦੋਂ ਯੂਨੀਵਰਸਿਟੀਜ਼ ਦੇ ਇੰਟਰਵਿਊ ਆਏਗਾ, ਬੱਚੇ ਦਾ ਐਕਸੈਂਟ ਬੜਾ ਵਧੀਆ ਹੋਏਗਾ ਤੇ ਤੁਹਾਡਾ ਕੈਸ ਇਸ਼ੂ ਕਰਾਉਣ ਵਿੱਚ ਮੈਨੂੰ ਦਿੱਕਤ ਨਹੀਂ ਆਏਗੀ। ਇਹ ਬੈਨੀਫਿਟ ਹੈ। ਲੇਕਿਨ ਅਗਰ ਤੁਸੀਂ 2016 ਨਾਰਮਲ ਵੀ ਪਾਸ ਆਊਟ ਹੋ, ਵਿਦ ਆਇਲਸ ਹੋ, ਇੰਡੀਆ 'ਚ ਹੀ ਹੋ, ਤਦ ਵੀ ਮੈਂ ਉਹ ਫਾਈਲ ਲੈ ਕੇ ਤੁਹਾਨੂੰ ਵੀਜ਼ਾ ਲੈ ਕੇ ਦਾਂਗਾ। ਟਿਲ ਅੱਜ ਮੈਂ ਬਹੁਤ ਸਾਰੀਆਂ ਫਾਈਲਾਂ ਲਈਆਂ ਨੇ, ਕਿਉਂਕਿ ਮੇਰੇ ਕੋਲ ਸਿਰਫ ਇੱਕ ਯੂਨੀਵਰਸਿਟੀ ਸਿਰਫ ਅਸੈਪਟ ਕਰ ਰਹੀ ਹੈ। ਸੋ ਔਨ ਏਅਰ ਮੈਂ ਉਹ ਯੂਨੀਵਰਸਿਟੀ ਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦਾ। ਲੇਕਿਨ ਅਗਰ ਤੁਸੀਂ 2016 ਪਾਸ ਆਊਟ ਹੋ, 10+2 ਕੁਆਲੀਫਿਕੇਸ਼ਨ ਹੈ, ਆਇਲਸ ਹੈ 6 ਬੈਂਡ ਹੈ, ਨੋ ਲੈਸ ਦੈਨ 5.5 ਬੈਂਡ ਹੈ, ਅੱਜ ਹੀ ਸਾਈ ਓਵਰਸੀਜ਼ ਆਓ, ਮੈਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗਾ। ਬਿਲਕੁਲ ਜੀ, ਬਿਲਕੁਲ ਪਹੁੰਚੋ ਜੀ ਸਾਈ ਓਵਰਸੀਜ਼ ਦੇ ਆਫਿਸ ਦੇ ਵਿੱਚ, ਜਲੰਧਰ ਦੇ ਵਿੱਚ ਆਫਿਸ ਹੈਗਾ ਆ। ਨੰਬਰ ਤੁਹਾਡੇ ਕੋਲ ਆ ਹੀ ਗਏ ਨੇ, ਇਹਨਾਂ ਤੇ ਫੋਨ ਕਰੋ। ਜਲੰਧਰ ਆਲਮੋਸਟ ਸੈਂਟਰ 'ਚ ਪੈ ਜਾਂਦਾ, ਚਾਹੇ ਇਧਰੋਂ ਫਿਰੋਜ਼ਪੁਰ ਵਾਲੀ ਬੈਲਟ ਲੈ ਲਈ ਅੰਮ੍ਰਿਤਸਰ ਵੱਲੋਂ ਤੇ ਈਜ਼ੀ ਰਹਿ ਜਾਂਦਾ ਹਨਾ ਆਉਣਾ। ਕਈ ਵਾਰੀ ਚੰਡੀਗੜ੍ਹ ਜਾਣ ਨੂੰ ਬੱਚੇ ਘਬਰਾਉਂਦੇ ਨੇ, ਪਰ ਇੱਥੇ ਜਿਹੜਾ ਹੈਗਾ ਉਹ ਈਜ਼ੀਲੀ ਮਿਲ ਸਕਦੇ ਨੇ। ਅੱਛਾ ਸਰ, ਬੱਚਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ऑनर नहीं मिलते, सानू काउंसलर ना मिलवा देंगे ने, तुसी मिलोगे? डेफिनेटली मैम, मेरे च प्रॉब्लम नहीं है और मैं सॉरी ये चीज़ कहने लगा क्योंकि ज़्यादातर जो मैं बच्चों तो सुनिया कि चंडीगढ़ ਦੇ ਵਿੱਚ देखो मैं किसी को क्रिटिसाइज़ नहीं कर रहा, सॉरी कि चंडीगढ़ के कंसल्टेंट्स घट मिलते हैं, हो सकता उत्थे भी मिलते हैं कई, लेकिन जो मैं ओवरऑल रिवर्ट जो मैं सुनिया मैं वही गल कर रहा कि लेकिन जलंधर ਦੇ ਵਿੱਚ ਅਗਰ ਮੈਂ ਕਹਾਂ ਤਾਂ ਮੈਕਸਿਮਮ ਜਿਹੜੇ ਕਿ ਅੱਛੀ ਕੰਪਨੀਜ਼ ਹੈ, ਮੈਂ ਨਹੀਂ ਕਹਿ ਰਿਹਾ, ਸਾਡੇ ਬਹੁਤ ਅੱਛੀਆਂ ਕੰਪਨੀਜ਼ ਜਲੰਧਰ ਦੇ ਵਿੱਚ ਅਵੇਲੇਬਲ ਹੈ। ਤੁਸੀਂ ਜਿੱਥੇ ਵੀ ਕੰਸਲਟੈਂਟ ਤੋਂ ਤੁਹਾਨੂੰ ਲੱਗ ਰਿਹਾ, ਜਿਸ ਵੀ ਸਿਟੀ ਦੇ ਵਿੱਚ ਲੱਗ ਰਿਹਾ ਕਿ ਤੁਹਾਨੂੰ ਉਹ ਅੱਛੀ ਨੌਲੇਜ ਦੇ ਰਿਹਾ, ਉਹਨਾਂ ਦੇ ਵੀਜ਼ਾ ਲੱਗਿਆ, ਤੁਹਾਨੂੰ ਰੇਟ ਜੈਨੂਇਨ ਦੇ ਰਿਹਾ ਔਰ ਤੁਹਾਡੇ ਕੋਲ ਪੇਮੈਂਟ ਆਫਟਰ ਗੈਟਿੰਗ ਵੀਜ਼ਾ ਲੈ ਰਿਹਾ, ਤੇ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਆਪਸ਼ਨ ਨਹੀਂ ਹੈ। ਕਿਉਂਕਿ ਅਗਰ ਯੂਕੇ ਤੋਂ ਤੁਹਾਡਾ ਕੇਸ ਰਿਫਿਊਜ਼ ਹੁੰਦਾ ਹੈ, ਤੁਹਾਡੀ ਐਮਬੈਸੀ ਫੀਸ रिफंड नहीं होएगी, NHS कुछ कट के आएगा, यूनिवर्सिटी की फीस कट के आएगी, वो 3 to 4 मंथ बाद वापस आएगी। सो किते ना किते बच्चे का लॉस जोड़ा है लखां रुपए बच्चे का लॉस जाता है। सो अगर तुहानू कोई फैसिलिटी दे रहा है या किसी कंसल्टेंट के टाई अप्स इस तरह की यूनिवर्सिटीज़ के जिथे तुहानू पेमेंट वीज़ा लगने तो बाद देनी पेगी, तो मेरे अकॉर्डिंग वो एक बेस्ट ऑप्शन है बच्चे वास्ते। लेकिन जाते जाते मैं तुहानू एक जरूर इंफॉर्मेशन देना चाहांगा, जिहड़े बच्चे यूके अप्लाई करना चाह रहे हैं उन्होंने वास्ते बेस्ट की बहुत सारे मेरे को बच्चे आके क्वेश्चन करते हैं, जो कि मैं पहले भी अगर 2019 2020 21 की भी गल करा, मैं बच्चों को इन्फॉर्मेशन दिंदा हुंदा सी कि जो तुसी यूके अप्लाई करना है, तुहाडे अगर तुसी जानते हो कि बहुत सारे बच्चों का क्वेश्चन हुंदा, मैम तुसी भी क्वेश्चन पुट करते सी पहले कि बच्चे फीस नैक्सट ईयर की उत्थे जाके अर्न कर लैणगे। इहदा आंसर है नहीं, लेकिन समझना किहड़े बच्चे कर पाएंगे, किहड़े बच्चे नहीं कर पाएंगे।
ਜਿਹੜੇ ਬੱਚਿਆਂ ਦੇ ਵਿੱਚ ਅੱਜ ਸਕਿੱਲ ਹੋਏਗਾ, ਕੁਝ ਇੱਥੋਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਆਹ ਚੀਜ਼ਾਂ ਦੇ ਵਿੱਚ ਕੰਮ ਸਿੱਖ ਕੇ ਜਾਓ, ਜ਼ਿਆਦਾ ਪ੍ਰੋਬਲਮ ਨਹੀਂ ਹੈ, ਬਹੁਤ ਈਜ਼ੀ ਤੁਹਾਨੂੰ ਮੈਂ ਗਾਈਡ ਕਰ ਰਿਹਾ। ਅਗਰ ਤੁਹਾਡੇ ਵਿੱਚ ਇਹ ਸਕਿੱਲ ਹੋਏਗਾ ਤੁਸੀਂ ਡੈਫੀਨੇਟਲੀ ਉੱਥੇ ਜਾ ਕੇ ਨੈਕਸਟ ਈਅਰ ਦੀ ਫੀਸ ਅਰਨ ਕਰੋਗੇ। ਔਰ ਅਗਰ ਤੁਸੀਂ ਰੱਬ ਭਰੋਸੇ, ਜੋ ਕਿ ਅਸੀਂ ਨੋਰਮਲੀ ਕਰਦੇ ਹਾਂ ਕਿ ਪਹਿਲੇ ਵੀਜ਼ਾ ਲੱਗ ਜਾਵੇ, ਉੱਥੇ ਜਾ ਕੇ ਦੇਖਾਂਗੇ, ਫਿਰ ਤੁਹਾਨੂੰ ਨੈਕਸਟ ਈਅਰ ਦੀ ਫੀਸ ਆਪਣੇ ਪੇਰੈਂਟਸ ਤੋਂ ਦੁਬਾਰਾ ਮੰਗਾਉਣੀ ਪਏਗੀ। ਹਾਂ, ਅਗਰ ਤੁਸੀਂ ਚਾਹ ਰਹੇ ਹੋ ਤੁਸੀਂ ਪੇਰੈਂਟਸ ਦੇ ਬਰਡਨ ਨਹੀਂ ਮੰਨਣਾ, ਸਭ ਤੋਂ ਈਜ਼ੀ ਜੌਬ ਮੈਡਮ ਪੀਜ਼ਾ ਦੀ, ਪੀਜ਼ਾ ਮੇਕਰ ਕੀ। ਅਗਰ ਤੁਸੀਂ ਇੱਥੇ ਡੋਮਿਨਲਸ ਦੇ, ਪੀਜ਼ਾ ਹਟ ਜਾਂ ਲੋਕਲ ਬ੍ਰਾਂਡ, ਲੋਕਲ ਕਾफ़ी ਪੀਜ਼ਾ, ਕਾफ़ी ਮਤਲਬ ਛੋਟੀ ਛੋਟੀ ਸ਼ਾਪਸ ਹੈ ਜਿੱਥੇ ਤੁਸੀਂ ਪੀਜ਼ਾ ਮਿਲਦਾ ਹੈ, ਉੱਥੇ ਜਾ ਕੇ ਅਗਰ ਤੁਸੀਂ 2 to 3 ਮੰਥ, ਸਿਰਫ 2 ਤੋਂ 3 ਮਹੀਨੇ ਅਗਰ ਤੁਸੀਂ ਸਿੱਖ ਲਓਗੇ ਕਿ ਕਿਸ ਤਰ੍ਹਾਂ ਪੀਜ਼ਾ ਬਣਾਉਂਦੇ, ਤੁਹਾਨੂੰ ਉੱਥੇ ਜਾ ਕੇ ਬਹੁਤ ਈਜ਼ੀ ਜੌਬ ਮਿਲ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਟੈਟੂ ਮੇਕਰਸ ਅਗਰ ਤੁਸੀਂ ਸਿੱਖ ਲੋਗੇ, ਇਹ ਵੀ ਕੋਈ ਜ਼ਿਆਦਾ ਟਫ ਕੰਮ ਨਹੀਂ ਹੈ, 5 to 6 ਮੰਥ ਔਰ ਅੱਛਾ ਕੰਮ ਹੈ, ਅੱਜ ਟ੍ਰੈਂਡ ਵਿੱਚ ਵੀ ਹੈ। ਅਗਰ ਇਹ ਕੰਮ ਤੁਸੀਂ ਸਿੱਖ ਕੇ ਜਾਓਗੇ ਤੁਹਾਨੂੰ ਉੱਥੇ ਬਹੁਤ ਈਜ਼ੀ ਜਿਹੜਾ ਕਿ ਤੁਹਾਨੂੰ ਉੱਥੇ ਜੌਬ ਮਿਲ ਜਾਏਗੀ। ਮੀਨਸ ਕਿ ਤੁਸੀਂ ਜਾਂਦੇ ਹੀ ਤੁਹਾਡੇ ਜੌਬ ਤੁਹਾਡੀ ਵੇਟ ਕਰ ਰਹੀ ਹੋਏਗੀ। ਇਹ ਰਿਐਲਿਟੀ ਹੈ। ਜਿਹੜਾ ਵੀ ਤੁਹਾਡਾ ਕੋਈ ਫਰੈਂਡ, ਤੁਹਾਡਾ ਬ੍ਰਦਰ, ਤੁਹਾਡਾ ਰਿਲੇਟਿਵ ਯੂਕੇ 'ਚ ਹੈ, ਤੁਸੀਂ ਉੱਥੋਂ ਇਹ ਕ੍ਰੋਸ ਵੈਰੀਫਾਈ ਕਰ ਸਕਦੇ ਹੋ, ਮੇਰੀ ਇਹ ਵਰਡ। ਥਰਡ, ਅਗਰ ਤੁਸੀਂ ਉੱਥੇ ਇੰਟਰਨੈਸ਼ਨਲ ਲਾਇਸੈਂਸ ਬਣਾ ਕੇ ਜਾਂਦੇ ਹੋ ਤਾਂ ਉਹਦੇ ਵਾਸਤੇ ਇਹ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਖੁਦ ਹੀ ਆਪਣੀ ਟੈਕਸੀ ਪਰਚੇਜ਼ ਕਰਨੀ ਹੈ। ਤੁਹਾਨੂੰ ਉੱਥੇ ਡਿਲੀਵਰੀ ਦੇ, ਤੁਹਾਨੂੰ ਉੱਥੇ ਪਾਰਸਲ ਡਿਲੀਵਰ ਕਰਨ ਦੇ, ਜਿਹੜੇ ਕਿ ਤੁਹਾਨੂੰ ਗੱਡੀ ਉਹ ਪ੍ਰੋਵਾਈਡ ਕਰਨਗੇ, ਲੇਕਿਨ ਤੁਹਾਡੇ ਕੋਲ ਇੰਟਰਨੈਸ਼ਨਲ ਲਾਇਸੈਂਸ ਹੋਣਾ ਚਾਹੀਦਾ। ਕਾਫੀ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ, ਉਹ ਕਹਿੰਦੇ ਕਿ ਇੰਟਰਨੈਸ਼ਨਲ ਲਾਇਸੈਂਸ ਉੱਥੇ ਅਸੈਪਟ ਨਹੀਂ ਹੁੰਦਾ, ਲੇਕਿਨ 1 ਸਾਲ ਵਾਸਤੇ ਹੈਗਾ। ਅਗਰ ਤੁਹਾਡੇ ਕੋਲ ਇੰਟਰਨੈਸ਼ਨਲ ਲਾਇਸੈਂਸ ਹੈ, ਤੁਸੀਂ 1 ਸਾਲ ਉੱਥੇ ਗੱਡੀ ਡਰਾਈਵ ਕਰ ਸਕਦੇ ਹੋ। ਸੋ ਇੱਥੇ ਤੁਸੀਂ ਬਣਾ ਕੇ ਜ਼ਰੂਰ ਜਾਓ। ਜਿਹੜੇ ਵੀ ਬੱਚਿਆਂ ਨੇ ਜਾਣਾ, ਅਗਰ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਬਣਾ ਕੇ ਜਾਂਦੇ ਹੋ, ਤੁਹਾਨੂੰ ਉੱਥੇ ਜੌਬ ਦੀ ਆਪਸ਼ਨ ਬਹੁਤ ਈਜ਼ੀ ਮਿਲੇਗੀ। ਸੋ ਬਿਲਕੁਲ ਜੀ। ਸੋ ਸਮਾਂ ਸਾਡੇ ਕੋਲ ਆਲਮੋਸਟ ਖਤਮ ਹੀ ਹੋ ਗਿਆ। ਆਪਾਂ ਕਾਲ ਜਾਂਦੇ ਜਾਂਦੇ ਸਵਾਲ ਲੈ ਲੈਣੇ, ਆਨਸਰ ਤੁਹਾਨੂੰ ਬਾਅਦ ਚ ਮਿਲ ਜਾਏਗਾ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਲਦੀ ਦੱਸੋ ਕੀ ਸਵਾਲ ਹੈ। ਸਤਿ ਸ਼੍ਰੀ ਅਕਾਲ ਜੀ ਮੈਮ, ਮੈਂ ਸਿੰਗਾਪੁਰ ਤੋਂ ਗੱਲ ਕਰ ਰਿਹਾ। ਮੈਂ ਸਾਈ ਓਵਰਸੀਜ਼ ਤੋਂ ਹੀ ਸਿੰਗਾਪੁਰ ਗਿਆ ਅੱਜ ਤੋਂ 2 ਸਾਲ ਪਹਿਲਾਂ। ਠੀਕ ਹੈ ਜੀ। ਤੇ ਮੇਰੀ ਉੱਥੇ ਸਟੱਡੀ ਹੋ ਗਈ ਹੋਈ ਹੈ 1 ਈਅਰ ਡਿਪਲੋਮਾ। ਪਰਸੈਂਟੇਜ ਮੈਮ ਮੇਰੀ +2 'ਚ 73% ਸੀਗੀ। ਠੀਕ ਹੈ। ਹੁਣ ਮਤਲਬ ਜੇ ਮੈਂ ਅੱਗੇ ਮੂਵ ਹੋਣ ਚਾਹੁੰਦਾ ਤੇ ਯੂਕੇ ਦਾ, ਮਤਲਬ ਅਜੇ ਮੈਂ ਉੱਥੇ ਕੰਮ ਕਰ ਰਿਹਾ, ਮੈਂ ਵੈਲ ਸੈਟਲਡ ਹਾਂ ਉਹਦਾ। ਠੀਕ ਹੈ ਜੀ। ਵਰਕ ਕਰ ਰਿਹਾ ਮੈਂ, ਅੱਛਾ ਕੰਮ ਚੱਲ ਰਿਹਾ ਮੇਰਾ। ਜੀ ਜੀ ਜੀ। ਤੇ ਪਰ ਮੈਂ ਚਾਹੁੰਦਾ ਥੋੜਾ ਹੋਰ ਅੱਛੀ ਓਪਰਚੁਨਿਟੀਜ਼ ਮਿਲਣ, ਕਿ ਥੋੜਾ ਹੋਰ ਵੱਡੇ ਕੰਟਰੀ ਨਿਕਲਾਂ, ਯੂਕੇ ਵਗੈਰਾ। ਤੇ ਉਹਦੇ ਲਈ ਮਤਲਬ ਮੈਂ ਆਫਿਸ ਵਿਜ਼ਿਟ ਕਰਾਂ, ਕਿਵੇਂ ਕੀ ਰਿਕੁਆਇਰਮੈਂਟ ਹੈ, ਵਿਦਆਊਟ ਐਲਸ ਹੋ ਜਾਏਗਾ। ਠੀਕ ਹੈ ਜੀ, ਠੀਕ ਹੈ। ਸੋ ਸਰ, ਪਰ ਸਮਾਂ ਸਾਡੇ ਕੋਲ ਨਹੀਂ ਹੈਗਾ। ਡੈਫੀਨਿਟਲੀ ਮੈਂ ਸ਼ੋਰਟ ਵਿੱਚ ਇੱਕ ਆਨਸਰ ਦੇਣਾ ਚਾਹਾਂਗਾ ਬੱਚੇ ਨੂੰ। ਤੁਹਾਨੂੰ ਇੰਡੀਆ ਵਾਪਸ ਆਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਉੱਥੇ ਹੀ ਲੋਕਲ ਕੰਸਲਟੈਂਟ ਨੂੰ ਜਾਂ ਮੇਰੇ ਮੋਬਾਈਲ ਤੇ ਤੁਸੀਂ ਕਾਲ ਕਰਕੇ ਮੇਰੇ ਤੋਂ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ। ਬਿਲਕੁਲ ਜੀ। ਸੋ ਪ੍ਰੋਪਰ ਡਿਟੇਲ 'ਚ ਤੁਹਾਨੂੰ ਫੋਨ ਤੇ ਗੱਲ ਦੱਸ ਦਿੱਤੀ ਜਾਏਗੀ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ। ਸੋ ਤੁਹਾਡੇ ਕੋਲ ਵੀ ਜੀ ਨੰਬਰ ਆ ਗਏ ਨੇ, ਸ਼ੋਅ 'ਚ ਕਾਲ ਨਹੀਂ ਮਿਲਿਆ ਕੋਈ ਗੱਲ ਨਹੀਂ, ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰੋ, ਜਦੋਂ ਮਰਜ਼ੀ ਇਹਨਾਂ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। My name is Diljit Kaur and I'm from village Koltham, which is nearby Fagwara, and I got my visa within 1 week and without interview, and I suggest to my all friends and relatives to visit to Sai Overseas because I love all services and everything of the staff, so thank you. ਮੇਰਾ ਨਾਮ ਗੁਰਵਿੰਦਰ ਸਿੰਘ ਆ, ਮੈਂ ਫਗਵਾੜਾ ਦਾ ਰਹਿਣ ਵਾਲਾ ਹਾਂ। ਮੈਨੂੰ ਸਾਈ ਓਵਰਸੀਜ਼ ਬਾਰੇ ਇੰਸਟਾਗ੍ਰਾਮ ਤੋਂ ਪਤਾ ਲੱਗਾ ਸੀਗਾ ਤੇ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ। ਤੇ ਪਹਿਲਾਂ ਮੇਰੇ ਸਪਾਊਸ ਦਾ ਵੀਜ਼ਾ ਆਇਆ ਸੀਗਾ, ਉਸ ਤੋਂ 2 ਦਿਨ ਬਾਅਦ ਮੇਰਾ ਆਇਆ ਤੇ ਹੁਣ ਇਕੱਠੇ ਅਸੀਂ ਜਾਵਾਂਗੇ। ਜਿਨ੍ਹਾਂ ਨੇ ਵੀ ਯੂਕੇ ਦਾ ਅਪਲਾਈ ਕਰਨਾ ਤਾਂ ਸਾਈ ਓਵਰਸੀਜ਼ ਬਾਰੇ ਇੱਥੋਂ ਕਰੋ। My name is Simran. I'm from Nangal Chiva and my friend tell me about Sai Overseas. After visiting there, I am very happy because their services and they provide me fantastic services, and I got my visa only in 7 days, and I got my visa without interview, embassy interview, and I'm so happy about their services. Thank you so much. ਮੇਰਾ ਨਾਮ ਪ੍ਰਵਿੰਦਰ ਕੌਰ, ਮੇਰੇ ਹਸਬੰਡ ਰੁਪਿੰਦਰ ਸਿੰਘ। ਅਸੀਂ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ। ਅਸੀਂ ਫੇਸਬੁੱਕ ਦੇ ਥਰੂ ਸਾਈ ਓਵਰਸੀਜ਼ ਵਿਜ਼ਿਟ ਕੀਤਾ ਸੀ। ਅਸੀਂ ਇੱਥੋਂ ਯੂਕੇ ਵੀਜ਼ਾ ਲਈ ਅਪਲਾਈ ਕੀਤਾ ਅਤੇ ਅਸੀਂ ਦੋਵਾਂ ਨੇ ਇਕੱਠਿਆਂ ਨੇ ਯੂਕੇ ਵੀਜ਼ਾ ਪ੍ਰਾਪਤ ਕੀਤਾ ਥਰੂ ਸਾਈ ਓਵਰਸੀਜ਼, ਤੇ ਵਿਦਿਨ 5 ਡੇਜ਼ ਵਿਦਆਊਟ ਐਮਬੈਸੀ ਇੰਟਰਵਿਊ। ਸੋ ਮੈਂ ਥੈਂਕਸ ਕਰਨਾ ਚਾਹੂੰਗੀ ਸਾਈ ਓਵਰਸੀਜ਼ ਦੀ ਟੀਮ ਦਾ, ਤੇ ਮੈਂ ਆਪਣੇ ਫਰੈਂਡਸ ਨੂੰ ਰეკਮੈਂਡ ਕਰੂੰਗੀ ਕਿ ਉਹ ਵੀ ਜੇਕਰ ਬਾਹਰ ਜਾਣਾ ਚਾਹੁੰਦੇ ਨੇ ਤਾਂ ਇੱਕ ਵਾਰ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰਨ। ਥੈਂਕ ਯੂ ਸਾਈ ਓਵਰਸੀਜ਼। My name is Amandeep Kaur. I applied for UK spouse visa and within 7 working days I got my visa. Now I recommend everyone to pay their visit at Sai Overseas for getting best experience. And also I got my visa without any embassy interview. Once again, thank you Sai Overseas.
Hello everyone, my name is Paramjit Kaur and my spouse name is Lakhvinder Singh. We belong to Shahpur district and we know about Sai Overseas services through my relatives, and after then I applied for my spouse visa and we got our visa within 5 days without any embassy interview. And I recommend all my friends and relatives, please once visit here if you want to study in UK. Hi, my name is Shubhadeep Das. I'm from Kolkata, but right now I'm living in Amritsar. My sister, who recommended me to come here in this organization. Sometimes ago, my brother also came here and got the visa from this organization to Singapore. Now, on her behalf, I'm coming here and got my visa within few days. Such a nice accommodation and good staffs with good communication skills and very attractive presentations. Thank you, Sai Overseas. I'm very lucky.